ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਜੋ ਉਪਜੋ ਸੋ ਬਿਨਸੈ ਪਰਵਾਜ ਕੈ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਪਰਮ ਸਨਮਾਨ ਸਤਿਕਾਰਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਗਿਆਨ ਦੇ ਮੁਜੱਸਮੇ ਸਰਬ ਸਾਂਝੀ ਵਾਲਤਾ ਦੇ ਰਹਿਬਰ ਹਾਲਤ ਪਲਤ ਦੇ ਰੱਖਿਅਕ ਗਰੀਬ ਨਿਵਾਜ ਸਤਿਗੁਰੂ ਗੁਰਤਾ ਗੱਦੀ ਦੇ ਤਖਤ ਤੇ ਸੁਭਾਏ ਮਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਪਿਆਰੇ ਸਤ ਸੰਗੀ ਜਨੋ, ਆਪਾਂ ਸਾਰੇ ਹੀ ਬਹੁਤ ਹੀ ਸਤਿਕਾਰਯੋਗ ਮਾਤਾ ਗੁਰਦੇਵ ਕੌਰ ਜੀਆਂ ਦੀ ਅੰਤਿਮ ਅਰਦਾਸ ਸਮਾਗਮ ਵਿੱਚ ਸ਼ਾਮਲ ਹੋਏ ਹਾਂ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ, ਇਸ ਅਸਥਾਨ ਤੇ ਆਪ ਜੀ ਦਰਬਾਰ ਅੰਦਰ ਜੁੜ ਬੈਠ ਕੇ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਵਿਰਾਗਮਈ ਕੀਰਤਨ ਸਰਵਣ ਕਰ ਰਹੇ ਸੀ। ਕੁਝ ਸਮਾਂ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਸਕੀਏ। ਸਭ ਤੋਂ ਪਹਿਲਾਂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਵੀ ਗੁਰੂ ਸਾਹਿਬ ਜੀ ਮੌਤ ਦੀ ਗੱਲ ਕਰਦੇ ਹਨ, ਮਾਰੇ ਕਹਿੰਦੇ ਜੋ ਵੀ ਸੰਸਾਰ ਤੇ ਪੈਦਾ ਹੋਇਆ ਹੈ ਆਇਆ ਹੈ, ਸਭ ਤੋਂ ਪਹਿਲਾਂ ਉਹਦਾ ਮਰਨ ਲਿਖਿਆ ਗਿਆ ਹੈ। ਮਰਨ ਤੋਂ ਬਿਨਾਂ ਜਨਮ ਨਹੀਂ ਹੋ ਸਕਦਾ। ਸਤਿਗੁਰੂ ਜੀ ਕਹਿੰਦੇ ਮਰਨ ਲਿਖਾਏ ਮੰਡਲ ਮੈਂ ਆਏ। ਜੇ ਪਹਿਲਾਂ ਮਰਨ ਲਿਖਿਆ ਫਿਰ ਜਨਮ ਹੋਇਆ ਹੈ, ਮਰਨ ਤੋਂ ਬਿਨਾਂ ਜਨਮ ਨਹੀਂ ਲਿਖਿਆ ਜਾ ਸਕਦਾ। ਮਾਰੇ ਕਹਿੰਦੇ ਗੁਰੂ ਸਾਹਿਬ ਜੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਬਾਬਾ ਫਰੀਦ ਸਾਹਿਬ ਜੀ,
ਸਾਹਾ ਲਿਖਿਆ ਮਿਲ ਕਰ ਪਾਵੋ ਤੇਲ। ਦੇਵੋ ਸੱਜਣ ਸੀਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ। ਗੁਰੂ ਨਾਨਕ ਸਾਹਿਬ ਜੀ ਮੌਤ ਦੀ ਗੱਲ ਕਰਦੇ ਹੋਏ ਉਦਾਹਰਨ ਜਿਹੜੀ ਆ ਵਿਆਹ ਦੀ ਦੇ ਰਹੇ। ਬਾਬਾ ਫਰੀਦ ਸਾਹਿਬ ਦੀ ਮੌਤ ਦੀ ਗੱਲ ਕਰਦੇ ਨੇ, ਉਦਾਹਰਨ ਵਿਆਹ ਦੀ ਦੇ ਰਹੇ ਨੇ। ਜਿੱਤ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੋਹ ਦਿਖਾਲੇ ਆਏ। ਜਿਹੜਾ ਆਪਾਂ ਵੇਖਦੇ ਆ ਬੱਚੀ ਜਦੋਂ ਵੱਡੀ ਹੁੰਦੀ ਹੈ, ਉਸ ਦੇ ਲਈ ਰਿਸ਼ਤਾ ਲੱਭਿਆ ਜਾਂਦਾ ਹੈ, ਦਿਨ ਨਿਯਤ ਕੀਤਾ ਜਾਂਦਾ ਹੈ। ਉਹ ਤਾਂ ਮਾਰੇ ਕਹਿੰਦੇ ਜਨਮ ਤੋਂ ਕੁਝ ਸਮੇਂ ਬਾਅਦ ਜਦੋਂ ਵੱਡੀ ਹੋਈ ਉਦੋਂ ਵਿਆਹ ਦਾ ਦਿਨ ਨਿਯਤ ਕੀਤਾ ਗਿਆ, ਪਰ ਮੌਤ ਦਾ ਜਿਹੜਾ ਹੈ ਨਾ ਦਿਨ ਉਹ ਮਰਨ ਤੋਂ ਪਹਿਲਾਂ ਹੀ ਨਿਯਤ ਕਰ ਦਿੱਤਾ ਗਿਆ। ਸਤਿਗੁਰ ਜੀ ਕਹਿੰਦੇ ਮਾਰੇ ਕਹਿੰਦੇ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਭਵਨ। ਤੇ ਇਹ ਵੀ ਗੱਲ ਕਹਿ ਦਿੱਤੀ ਪਾਤਸ਼ਾਹ ਕਹਿੰਦੇ ਇਹ ਮੌਤ ਦਾ ਪਹੁੰਚਾ ਜਿਹੜੀ ਚਿੱਠੀ ਹੈ ਨਾ, ਇਹ ਹਰੇਕ ਘਰ ਦੇ ਅੰਦਰ ਆਉਣੀ ਹੈ। ਐਸਾ ਕੋਈ ਘਰ ਨਹੀਂ ਜਿਸ ਘਰ ਅੰਦਰ ਮੌਤ ਨਹੀਂ ਆਉਣੀ। ਤੁਸੀਂ ਬੈਠੇ ਹੋ, ਅਸੀਂ ਬੈਠੇ ਹਾਂ, ਅੱਜ ਮਾਤਾ ਜੀ ਦੇ ਭੋਗ ਤੇ ਬੈਠੇ ਹਾਂ। ਕੱਲ ਹੋਵੇਗਾ ਕੋਈ ਸਮਾਂ ਹੋਏਗਾ, ਸਾਡਾ ਹੀ ਸਮਾਗਮ ਹੋਏਗਾ, ਅੰਤਿਮ ਅਰਦਾਸ ਹੋਏਗੀ, ਪਰ ਅਸੀਂ ਵਿੱਚ ਸ਼ਾਮਲ ਨਹੀਂ ਹੋਵਾਂਗੇ। ਹਰੇਕ ਘਰ ਐਸਾ ਕੋਈ ਘਰ ਨਹੀਂ ਜਿਸ ਘਰ ਵਿੱਚ ਮੌਤ ਨਹੀਂ ਹੋਈ, ਭਾਵੇਂ ਰਾਜੇ ਮਹਾਰਾਜੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਏਕ ਸ਼ਿਵ ਭਏ ਏਕ ਗਏ ਏਕ ਫੇਰ ਭਏ। रामचंद्र कृष्ण के अवतार भी अनेक है। ब्रह्मा हर विष्णु केते वेद ओ पुराण केते सिमरत समूह कह होए होए बताए हैं। मौन दी मदार केते असनु कमार केते अंसा अवतार केते काल बस भये हैं। पीर हो पैगंबर केते गने न परत एते भूम ही तय होए कह फिर भूम ही मलाए है। जो भी पैदा होया जो भी संसार में आया मारे कहते उन्हें खत्म होना। एक नाल मारे ने गल कही है, आपां सारे वेखदे हां, जन्म नूं सारे प्रवान कर लैंदे ने, पर मौत नूं नहीं प्रवान करता कोई। छेती भी मौत ना आवे किते। गुरु साहिब जी तो कहते भाई जन्म भी रब दे हुक्म विच है ते मौत भी रब दे हुक्म विच है। मारे कहते जोर न जीवन मरण नह जोर। ना साडा जोन विच जोर है ना साडा मरण विच जोर है। आग्या आवे आग्या जाए, उहदे हुक्म विच आया ते उहदे हुक्म विच ही जाना है। ਜਦੋਂ ਆਪਾਂ ਸਤਿਗੁਰੂ ਜੀ ਦੀ ਪਾਵਨ ਬਾਣੀ ਸਹਿਸਕ੍ਰਿਤੀ ਪੜ੍ਹਦੇ ਹਾਂ, ਉਹਦੇ ਵਿੱਚ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਹੈ। ਮਾਰੇ ਕਹਿੰਦੇ ਬਹੁਤ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸੈ। ਮੌਤ ਤੋਂ ਬੰਦਾ ਬਚਣ ਦੇ ਬੜੇ ਯਤਨ ਕਰੇ, ਬਹੁਤ ਉਦਮ ਕਰਦਾ ਹੈ। बहुत जतन करता बलवंतकारी सेवंत सूरा चतुर दिशा। बड़ियां चलाकियां करे भी मैनू मौत नहीं आ सकती। मारे कहते बिखम थान बसंत ऊंचे नह सिमरंत मरण कदांचे। ऐसे औखे थान ते वसदा होवे भी जिथे मौत आ ही नहीं सकती। कहता मेरा किहड़ा कुछ विगाड़ सकता। ਆਪਾਂ ਕਹਿੰਦੇ ਜੈਡ ਸਿਕਿਉਰਿਟੀ ਹੋਵੇ ਬੰਦੇ ਕੋਲ ਵੀ ਇਹਨੂੰ ਇਹਦਾ ਕੋਈ ਨੁਕਸਾਨ ਨਹੀਂ ਕਰ ਸਕਦਾ। ਬਿਖਮ ਥਾਨ ਬਸੰਤ ਉੱਚੈ ਨਹਿ ਸਿਮਰੰਤ ਮਰਨ ਕਦਾਂਚੈ। ਪਰ ਸਤਿਗੁਰੂ ਜੀ ਕਹਿੰਦੇ ਹੋਵੰਤ ਆ ਗਿਆ ਭਗਵਾਨ ਪੁਰਖੈ। ਨਾਨਕ ਕੀਟੀ ਸਾਸ ਅਕਰਖ ਤੇ
ਜਦੋਂ ਉਸ ਅਕਾਲ ਪੁਰਖ ਦੀ ਆਗਿਆ ਹੁੰਦੀ ਹੈ, ਉਹਦਾ ਹੁਕਮ ਹੁੰਦਾ, ਇੱਕ ਕੀੜੀ ਵੀ ਸਾਹ ਖਿੱਚਣ ਦੇ ਸਮਰੱਥ ਹੈ। ਫਿਰ ਆਪਾਂ ਕਹਿੰਦੇ ਆ ਨਿੱਕਾ ਜਿਹਾ ਕਾਰਨ ਹੀ ਬਣਦਾ ਵੀ ਚੰਗਾ ਭਲਾ ਬੰਦਾ ਸੀ, ਚੰਗਾ ਭਲਾ ਸੀ, ਬਸ ਅਚਾਨਕ ਹੀ ਉਹਨੂੰ ਮੌਤ ਆ ਗਈ, ਉਹ ਚੜਾਈ ਕਰ ਗਿਆ। ਗੁਰੂ ਸਾਹਿਬ ਜੀ ਕਹਿੰਦੇ ਜਦੋਂ ਮੌਤ ਨਹੀਂ ਆਈ, ਭਾਵੇਂ ਕੋਈ ਲੱਖਾਂ ਯਤਨ ਕਰੇ ਮਾਰਨ ਦੇ, ਉਹਨੂੰ ਕੋਈ ਮਾਰ ਨਹੀਂ ਸਕਦਾ। ਜਦੋਂ ਮੌਤ ਆ ਗਈ, ਲੱਖਾਂ ਯਤਨ ਕਰੇ ਬਚਣ ਦੇ, ਪਰ ਬਚ ਨਹੀਂ ਸਕਦਾ। ਪਾਤਸ਼ਾਹ ਕਹਿੰਦੇ ਮਲਕਲ ਮੌਤ ਜਾਵਸੀ, ਸਭ ਦਰਵਾਜੇ ਭੰਨ, ਤਿਨਾ ਪਿਆਰੇ ਭਾਈਆਂ ਅੱਗੇ ਦਿੱਤਾ ਬੰਨ। ਮਲਕਲ ਮੌਤ ਜਾਂ ਆਪਸੀ, ਜਦੋਂ ਪਾਤਸ਼ਾਹ ਕਹਿੰਦੇ ਉਹਦੇ ਹੁਕਮ ਦੀ ਭੇਜੀ ਹੋਈ ਮੌਤ ਆਉਂਦੀ ਹੈ ਨਾ ਬੰਦੇ ਨੂੰ, ਫਿਰ ਸਾਰੇ ਦਰਵਾਜ਼ੇ ਤੋੜ ਕੇ ਲੈ ਜਾਂਦੀ ਹੈ। ਕਿੱਡਾ ਹੀ ਸਿਆਣਾ ਹੋਵੇ, ਕਿੱਡਾ ਹੀ ਬਲਵਾਨ ਤਾਕਤਵਰ ਹੋਵੇ, ਸਤਿਗੁਰੂ ਜੀ ਕਹਿੰਦੇ ਮੌਤ ਉਸ ਨੂੰ ਵੀ ਆ ਜਾਂਦੀ ਹੈ। ਮਾਰੇ ਕਹਿੰਦੇ ਸੁਪਨੇ ਦੀ ਨਿਆਈ, ਰਾਮ ਗਇਓ ਰਾਵਣ ਗਇਓ, ਜਾਗੋ ਮਹ ਪਰਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਸੁਪਨੇ ਦੀ ਨਿਆਈ ਆਪਾਂ ਜਿੰਨੇ ਬੈਠੇ ਆ, ਬਜ਼ੁਰਗ ਵੀ ਬੈਠੇ ਹੋਗੇ, ਜਿੰਨੇ ਬਜ਼ੁਰਗ ਬੈਠੇ ਹੋ, ਆਪਾਂ ਸਾਰੇ ਸੋਚ ਕੇ ਵੇਖੀਏ ਵੀ ਸਾਡੇ ਤੇ ਕਦੇ ਜਵਾਨੀ ਆਈ ਸੀ, ਜਵਾਨੀ ਆਈ ਸੀ, ਪਰ ਉਹ ਜਵਾਨੀ ਹੁਣ ਸੁਪਨਾ ਲੱਗਦੀ ਹੈ, ਵੀ ਸੁਪਨਾ ਬਣ ਕੇ ਰਹਿ ਗਈ। ਬਜ਼ੁਰਗਾਂ ਤੇ ਜਵਾਨੀ ਆਈ ਸੀ, ਉਹ ਜਵਾਨੀ ਸੁਪਨਾ ਬਣ ਕੇ ਰਹਿ ਗਈ ਮਾਰੇ ਕਹਿੰਦੇ। ਤੇ ਜਿਹੜੇ ਜਵਾਨ ਨੇ ਬਚਪਨ ਸੀ, ਤੇ ਉਹ ਬਚਪਨ ਹੁਣ ਸੁਪਨਾ ਬਣ ਕੇ ਰਹਿ ਗਿਆ, ਕਿੱਥੇ ਚਲਾ ਗਿਆ। ਸਤਿਗੁਰੂ ਜੀ ਕਹਿੰਦੇ ਉਮਰ ਬਤੀਤ ਹੁੰਦੀ ਪਈ ਹੈ। ਮਾਰੇ ਕਹਿੰਦੇ ਬਾਲ ਜਵਾਨੀ ਔਰ ਬਿਰਧ ਫੁਨ, ਤੀਨ ਅਵਸਥਾ ਜਵਾਨ। ਕਹਿੰਦੇ ਤਿੰਨ ਅਵਸਥਾ ਨੇ, ਤਿੰਨ ਪੜਾਅ ਨੇ, ਬਚਪਨ, ਜਵਾਨੀ ਤੇ ਬਿਰਧ, ਬੁਢੇਪਾ। ਤੇ ਗੁਰੂ ਸਾਹਿਬ ਜੀ ਕਹਿੰਦੇ ਪਰ ਜਦੋਂ ਬੰਦਾ ਸੰਸਾਰ ਵਿੱਚ ਆਉਂਦਾ ਹੈ, ਇਸ ਸੰਸਾਰ ਵਿੱਚ ਆਇਆ, ਤੇ ਗੁਰੂ ਸਾਹਿਬ ਜੀ ਕਹਿੰਦੇ ਪਹਿਲੇ ਪਿਆਰ ਲੱਗਾ ਥਣ ਦੁੱਧ। ਬੱਚੇ ਦਾ ਜਨਮ ਹੁੰਦਾ ਹੈ ਨਾ, ਬੱਚੇ ਨੂੰ ਅਜੇ ਮਾਤਾ ਪਿਤਾ ਦੀ ਸੋਝੀ ਨਹੀਂ, ਉਹਦੀ ਪ੍ਰੀਤ ਕਿਹਦੇ ਨਾਲ, ਦੁੱਧ ਦੇ ਨਾਲ। ਪਹਿਲੇ ਪਿਆਰ ਲੱਗਾ ਤਣ ਦੁੱਧ, ਦੂਜੇ ਮਾਏ ਬਾਪ ਕੀ ਸੁਧ। ਫਿਰ ਕੁਝ ਕੁ ਸਮਾਂ ਬੀਤਦਾ, ਬੱਚੇ ਨੂੰ ਮਾਤਾ ਪਿਤਾ ਦੀ ਸੋਝੀ ਹੁੰਦੀ ਹੈ ਵੀ ਇਹ ਮੇਰੀ ਮਾਤਾ ਹੈ, ਇਹ ਮੇਰਾ ਪਿਤਾ ਹੈ। ਫਿਰ ਹੌਲੀ ਹੌਲੀ ਕਰਦਿਆਂ ਮਾਰੇ ਕਹਿੰਦੇ ਤੀਜੇ ਭਈਆ ਭਾਬੀ ਬੇਗ, ਭੈਣਾ ਦਾ ਭਰਾਵਾਂ ਦੀ ਸੋਝੀ ਆਉਂਦੀ ਪਈ ਹੈ, ਬਾਕੀ ਸੋਝੀ ਆਉਂਦੀ ਪਈ, ਪਰ ਨਿਰੰਕਾਰ ਨੂੰ ਭੁੱਲ ਗਿਆ। ਤੀਜੇ ਭਈਆ ਭਾਬੀ ਬੇਗ, ਚੌਥੇ ਪਿਆਰ ਉਪੰਨੀ ਖੇਡ। ਚੌਥੀ ਜਿਹੜੀ ਅਵਸਥਾ ਕਹਿੰਦੇ ਉਮਰ ਹੈ, ਉਹ ਖੇਡਾਂ ਦੇ ਵਿੱਚ। ਪੰਜਵੇਂ ਖਾਣ ਪੀਣ ਕੀ ਧਾਤ, ਖਾਣ ਪੀਣ ਦੇ ਵਿੱਚ। ਸ਼ਿਵੇ ਕਾਮ ਨਾ ਪੁੱਛੇ ਜਾਤ, ਕਹਿੰਦੇ ਕਾਮ ਵਿੱਚ ਕਿਸੇ ਨੂੰ ਨਹੀਂ ਵੇਖਦਾ, ਨਾ ਆਪਣਾ ਨਾ ਪਰਾਇਆ ਕੋਈ। ਸਤਵੇਂ ਸੰਜ ਸ਼ਿਵੇ ਕਾਮ ਨਾ ਪੁੱਛੇ ਜਾਤ, ਸਤਵੇਂ ਸੰਜ ਕੀਆ ਕਰਵਾਸ। ਅਠਵੇਂ ਕ੍ਰੋਧ ਹੋਆ ਤਨ ਨਾਸ, ਨਾਵੇਂ ਧੋਲੇ ਉਬੇ ਸਵਾ। ਦਸਵੇਂ ਦੱਦਾ ਹੋਆ ਸਵਾ। ਪਾਤਸ਼ਾਹ ਕਹਿੰਦੇ ਏਦਾਂ ਹੀ ਉਮਰ ਬਤੀਤ ਕਰ ਲਈ, ਜਿਹਨੇ ਨਾਲ ਚਿੱਤ ਜੋੜਨਾ ਸੀ ਉਹ ਤਾਂ ਜੋੜੇ ਹੀ ਨਹੀਂ। ਉਹ ਜਿਹਨੂੰ ਮਿਲਣ ਆਇਆ ਸੀ, ਭਾਈ ਪ੍ਰਾਪਤ ਮਾਨੁਖ ਦੇ ਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਸਤਿਗੁਰੂ ਜੀ ਕਹਿੰਦੇ 10 ਬਾਲ ਤਨ 20 ਰਵਣ, ਤੀਸਾ ਕਾ ਸੁੰਦਰ ਕਹਾਵੇ। 40 ਪੁਰ ਹੋਏ 85 ਪਗ ਖਿੰਸੈ, 60 ਕੋ ਵਡੇਪਾ ਆਵੇ। 17 ਕਾ ਮਤਹੀਣ, 80 ਕਾ ਵਿਹਾਰ ਨਾ ਪਾਵੇ। ਮਾਰੇ ਕਹਿੰਦੇ ਉਮਰ ਲੰਘਦੀ ਪਈ ਹੈ, ਬਤੀਤ ਹੁੰਦੀ ਪਈ ਹੈ। ਦਿਨ ਤੇ ਪਹਿਰ, ਪਹਿਰ ਤੇ ਕਰੀਆਂ, ਆਪ
ਤੁਹਾਡੀ ਤਾਂ ਜਵਾਨੀ ਬਤੀਤ ਹੁੰਦੀ ਪਈ ਹੈ, ਲੰਘਦੀ ਪਈ ਹੈ। ਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਭਲਿਓ ਜਵਾਨੀ ਮਾਨਣੀ ਪਤਾ ਕਿਹਨੂੰ ਕਹਿੰਦੇ ਨੇ? ਉਸ ਮਾਲਕ ਦੀ ਇਬਾਦਤ ਕਰਨੀ, ਉਹਨੂੰ ਜਪਣਾ। ਕਹਿੰਦੇ ਮੈਨੂੰ ਇਸ ਤੱਕ ਕੋਈ ਨਹੀਂ, ਜਵਾਨੀ ਲੰਘਦੀ ਹੈ, ਜੋਬਨ ਬਤੀਤ ਹੁੰਦਾ ਪਿਆ ਤੇ ਬਤੀਤ ਹੋ ਜਾਵੇ, ਪਰ ਮੇਰੀ ਪਰਮਾਤਮਾ ਨਾਲੋਂ, ਉਸ ਪਰਿਪੂਰਨ ਪਰਮਾਤਮਾ ਨਾਲੋਂ ਕਿਤੇ ਪ੍ਰੀਤ ਨਾ ਘਟੇ। ਜੋਬਨ ਜਾਂਦੇ ਨਾ ਡਰਾਂ, ਕਹਿੰਦੇ ਮੈਨੂੰ ਡਰ ਨਹੀਂ, ਜਵਾਨੀ ਜਾਂਦੀ ਹੈ ਜਾਵੇ। ਜੇ ਸੈ ਪ੍ਰੀਤ ਨਾ ਜਾਏ, ਫਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਪਤਾ ਨਹੀਂ ਕਿੰਨੀਆਂ ਕੁ ਜਵਾਨੀਆਂ ਰੱਬ ਦੀ ਪ੍ਰੀਤ ਤੋਂ ਬਿਨਾਂ ਸੁੱਕ ਗਈਆਂ, ਕੁਮਲਾ ਗਈਆਂ। ਰੱਬ ਦੀ ਪ੍ਰੀਤ ਕਿਸੇ ਨੇ ਨਹੀਂ ਪਾਈ। ਕੋਈ ਵਿਰਲਾ ਹੈ ਜਿਹੜਾ ਉਸ ਨਾਲ ਪ੍ਰੀਤ ਪਾਉਂਦਾ ਹੈ। ਮੌਤ ਦੀ ਮਾਰੇ ਨੇ ਗੱਲ ਕਰਦਿਆਂ ਹੋਏ ਬਾਬਾ ਜੀ ਕਹਿੰਦੇ ਇਹ ਉਮਰ ਲੰਘਦੀ ਜਾ ਰਹੀ ਹੈ। ਬੀਤ ਜਹੈ ਬੀਤ ਜਹੈ ਜਨਮ ਆਕਾਜ ਰੇ, ਨਿਸ ਦਿਨ ਸੁਨ ਕੇ ਪ੍ਰਾਨ ਸਮਝਤ ਨਹਿ ਅਜਾਨ, ਕਾਲ ਤੋਂ ਪਹੁੰਚਿਆਨ ਕਹਾਂ ਜਹੈ ਭਾਜ ਰੇ। ਜਿਹਨੂੰ ਸਮਝ ਆ ਗਈ ਨਾ, ਬਚਪਨ ਵਿੱਚ ਹੀ ਆਪਣੇ ਜੀਵਨ ਨੂੰ ਸਵਾਰ ਲਏਗਾ। ਬਚਪਨ ਵਿੱਚ ਹੀ, ਜਵਾਨੀ ਵਿੱਚ ਹੈ, ਬੁਢੇਪੇ ਵਿੱਚ ਹੈ, ਉਹ ਆਪਣੇ ਜੀਵਨ ਨੂੰ ਸਵਾਰ ਲਏਗਾ ਜਿਹਨੂੰ ਸਮਝ ਆ ਗਈ ਹੈ। ਮਹਾਰਾਜ ਦਾ ਇੱਕ ਸਿੱਖ ਹੋਇਆ ਹੈ ਜਿਹਦਾ ਨਾਮ ਭਾਈ ਤਾਰੂ ਕਰਕੇ ਆਇਆ, ਤਾਰੂ ਪੋਪਟ ਕਰਕੇ। ਗੁਰੂ ਸਾਹਿਬ ਜੀ ਵੇਖਦੇ ਨੇ ਬਾਲਕ, ਇਹ ਬੱਚਾ ਰੋਜ਼ ਸਤ ਸੰਗਤ ਕਰਦਾ ਹੈ, ਗਰਮੀ ਹੋਵੇ ਸਰਦੀ ਹੋਵੇ, ਰੋਜ਼ ਇਹਨੇ ਅੰਮ੍ਰਿਤ ਵੇਲੇ ਆਉਣਾ, ਸਤ ਸੰਗਤ ਕਰਨੀ ਹੈ। ਇੱਕ ਦਿਨ ਮਹਾਰਾਜ ਪੁੱਛਦੇ ਨੇ, ਭਾਈ ਬਾਲਕ ਐ ਬੱਚਾ, ਤੈਨੂੰ ਆਲਸ ਤੰਗ ਨਹੀਂ ਕਰਦਾ? ਤੈਨੂੰ ਆਲਸ ਤੰਗ ਨਹੀਂ ਕਰਦਾ? ਕਹਿਣ ਲੱਗੇ ਤੇਰੀ ਤਾਂ ਉਮਰ ਅਜੇ ਖੇਡਣ ਵਾਲੀ ਹੈ। ਤੇ ਉਸ ਬਾਲਕ ਦਾ ਜਵਾਬ ਸੀ, ਕਹਿੰਦੇ ਐ ਬਾਬਾ, ਐ ਸਤਿਗੁਰੂ, ਜਿਹਨੂੰ ਮੌਤ ਦਾ ਡਰ ਹੋਵੇ ਉਹਨੂੰ ਆਲਸ ਕਿੱਥੇ ਤੰਗ ਕਰੇ? ਜਿਹਨੂੰ ਮੌਤ ਦਿਸਦੀ ਹੋਵੇ, ਜਿਹਨੂੰ ਮੌਤ ਦਿਸਦੀ ਹੋਵੇ ਨਾ, ਉਹ ਆਲਸ ਨਹੀਂ ਕਰੇਗਾ। ਕਹਿਣ ਲੱਗੇ ਇਹ ਕਿਵੇਂ? ਕਹਿਣ ਲੱਗਿਆ ਮਹਾਰਾਜ, ਮੈਂ ਮਾਤਾ ਨੂੰ ਕਿਹਾ, ਮਾਂ ਮੈਂ ਭੋਜਨ ਛਕਣਾ ਹੈ। ਮਾਂ ਕਹਿੰਦੀ ਪੁੱਤਰ ਲੱਕੜਾਂ ਵਾੜ, ਅੱਗ ਬਾਲ, ਲੱਕੜਾਂ ਲਾ ਕੇ ਅੱਗ ਬਾਲਣਾ ਕਰ, ਮੈਂ ਭੋਜਨ ਤਿਆਰ ਕਰ ਦਿੰਦੀ। ਕਈ ਇਸ ਇਤਿਹਾਸ ਨੂੰ ਬਾਬਾ ਬੁੱਢਾ ਸਾਹਿਬ ਜੀ ਨਾਲ ਵੀ ਜੋੜਦੇ, ਪਰ ਇਹ ਸਿੱਖ ਸੀ ਭਾਈ ਤਾਰੂ ਪੋਪਟ। ਮੌਤ ਦਾ ਗਿਆਨ ਹੋ ਜਾਣਾ। ਜਦੋਂ ਕਹਿਣ ਲੱਗੇ ਮੈਂ ਲੱਕੜਾਂ ਬਾਲੀ, ਅੱਗ ਬਲ ਨਹੀਂ ਰਹੀ, ਲੱਕੜਾਂ ਲਾਈਆਂ ਪਰ ਅੱਗ ਬਲਦੀ ਨਹੀਂ ਪਈ। ਮਾਂ ਨੂੰ ਕਿਹਾ, ਮਾਂ ਅੱਗ ਨਹੀਂ ਬਲਦੀ ਪਈ। ਮਾਂ ਨੇ ਦੇਖਿਆ, ਕਹਿੰਦੀ ਪੁੱਤਰ ਅੱਗ ਕਿੱਦਾਂ ਬਲੇਗੀ? ਏਡੇ ਟਾਣ ਤਾਂ ਤੂੰ ਚੁੱਲ੍ਹੇ ਵਿੱਚ ਲਾਏ ਹੋਏ, ਅੱਗ ਕਿੱਦਾਂ ਬਲੇਗੀ? ਮਾਂ ਨੇ ਫਿਰ ਸਮਝਾਉਣਾ ਕੀਤਾ, ਕਹਿੰਦੀ ਪੁੱਤਰ ਪਹਿਲਾਂ ਨਿੱਕੀਆਂ ਨਿੱਕੀਆਂ ਕਾਨੇ ਲਾਉਣਾ ਕਰ, ਛੋਟੀਆਂ ਲੱਕੜਾਂ ਲਾ। ਛੋਟੀਆਂ ਲਾਈਆਂ ਗਈਆਂ, ਪਹਿਲਾਂ ਛੋਟੀਆਂ ਨੂੰ ਅੱਗ ਪਈ ਤੇ ਫਿਰ ਵੱਡੀਆਂ ਨੂੰ ਅੱਗ ਪਈ। ਵੇਖਦਿਆਂ ਵੇਖਦਿਆਂ ਕਹਿੰਦੇ ਛੋਟੀਆਂ ਜਿਹੜੀਆਂ ਲੱਕੜਾਂ ਸੀ ਵੇਖ ਕੇ ਵੇਖਦਿਆਂ ਹੀ ਸੜ ਗਈਆਂ ਤੇ ਵੱਡੀਆਂ ਨੂੰ ਬਾਅਦ ਚ ਅੱਗ ਲੱਗੀ। ਮੇਰੇ ਮਨ ਚ ਆਇਆ, ਕਹਿਣ ਲੱਗੇ ਮੈਂ ਸਾਰਿਆਂ ਤੋਂ ਛੋਟਾ ਹਾਂ, ਕੀ ਪਤਾ ਮੌਤ ਮੈਨੂੰ ਪਹਿਲਾਂ ਲੈ ਜਾਵੇ, ਕੀ ਪਤਾ ਮੈਨੂੰ ਪਹਿਲਾਂ ਮੌਤ ਆ ਜਾਵੇ। ਮੌਤ ਦਾ ਗਿਆ ਮਾਰੇ ਕਹਿੰਦੇ ਇਹ ਨਹੀਂ ਵੇਖਣਾ, ਇਹ ਬੱਚਾ ਹੈ, ਇਹ ਜਵਾਨ ਹੈ, ਇਹ ਬੁਢੇਪਾ ਹੈ। ਜਿਵੇਂ ਫਸਲ ਹੈ ਨਾ, ਫਸਲ ਨੇ ਕਦੇ ਇਹ ਤਾਂ ਨਹੀਂ ਕਿਹਾ ਕਿਸਾਨ ਨੂੰ ਕਿ ਮੈਂ ਅਜੇ ਕੱਚੀ ਆ, ਮੈਨੂੰ ਵੱਢਣਾ ਕਰੋ, ਨਾ ਵੱਢੋ, ਮੈਂ ਅਜੇ ਪੱਕੀ ਆ, ਮੈਨੂੰ ਨਾ ਵੱਢੋ ਅਜੇ। ਸਤਿਗੁਰੂ ਜੀ ਕਹਿੰਦੇ ਜੈਸੇ ਕਿਰਸਾਨ ਹੋਵੇ ਕਿਰਸਾਨੀ, ਕਾਚੀ ਪਾਕੀ ਬਾੜ ਪਰਾਨੀ,
ਮਾਰੇ ਕਹਿੰਦੇ ਜਿੱਦਾਂ ਨਾ ਕਿਸਾਨ ਉਹਦੀ ਮਰਜ਼ੀ ਆ, ਉਹ ਭਾਵੇਂ ਫਸਲ ਨੂੰ ਕੱਚੀ ਵੱਢ ਲੈ ਤੇ ਭਾਵੇਂ ਪੱਕੀ ਵੱਢ ਲਵੇ, ਇਹ ਤਾਂ ਉਹਦੀ ਮਰਜ਼ੀ ਹੈ ਨਾ, ਉਹਦੇ ਹੁਕਮ ਵਿੱਚ ਹੈ। ਮੌਤ ਵੀ ਸਤਿਗੁਰੂ ਜੀ ਕਹਿੰਦੇ ਉਹਦੇ ਹੁਕਮ ਵਿੱਚ ਹੈ, ਜਨਮ ਵੀ ਉਹਦੇ ਹੁਕਮ ਵਿੱਚ ਹੈ, ਜਨਮ ਵੀ ਉਹਦੇ ਹੁਕਮ ਦੇ ਨਾਲ ਹੋਇਆ ਤੇ ਮੌਤ ਵੀ ਉਹਦੇ ਹੁਕਮ ਵਿੱਚ ਆਉਣੀ ਹੈ ਮਹਾਰਾਜ ਨੇ। ਪਰ ਜਿਹੜਾ ਸਾਡਾ ਨਾ ਸਰੀਰ ਹੈ, ਇਹ ਆਤਮਾ ਦੇ ਨਾਲ ਸਨੇਹ ਬੜਾ ਪਾ ਕੇ ਬੈਠ ਗਿਆ, ਆਤਮਾ ਨਾਲ ਇੰਨਾ ਸਨੇਹ ਪਾ ਲਿਆ ਹੈ। ਕਹਿੰਦੇ ਬੰਦਾ ਕਹਿੰਦਾ ਵੀ ਕੋਈ 4 ਦਿਨ ਹੋਰ ਕੱਢ ਲਾਂ, 4 ਦਿਨ ਹੋਰ, ਕਿਸੇ ਦਾ ਦਿਲ ਨਹੀਂ ਵੀ ਮੈਂ ਮਰਾਂ, ਕੋਈ ਨਹੀਂ ਕਹਿੰਦਾ ਵੀ ਮੈਨੂੰ ਮੌਤ ਆਵੇ, ਕੋਈ ਐਸਾ ਨਹੀਂ ਕਹਿੰਦਾ ਜਿਹੜਾ ਮੈਨੂੰ ਮੌਤ ਆਵੇ। ਮਾਰੇ ਕਹਿੰਦੇ ਸਰੀਰ ਤੇ ਆਤਮਾ ਦੀ ਆਪਸ ਵਿੱਚ ਗੱਲਬਾਤ ਦੱਸੀ ਹੈ। ਆਤਮਾ ਨੂੰ ਕਿਹਾ ਗਿਆ, ਸਰੀਰ ਨੇ, ਕਾਇਆ ਨੇ ਕਹਿਣ ਲੱਗੇ ਐ ਕਾਇਆ ਇਸ ਆਤਮਾ ਨੂੰ ਕਹਿ ਰਹੀ ਹੈ, ਧਨ ਕਹਿ ਤੂੰ ਵਸ ਮੈਂ ਨਾਲੇ, ਪ੍ਰਿਆ ਸੁਖ ਵਾਸੀ ਬਾਲ ਗੋਪਾਲੇ। ਗੁਰੂ ਸਾਹਿਬ ਜੀ ਦੀ ਬਾਣੀ ਵਿੱਚੋਂ ਕੋਸ਼ਿਸ਼ ਕਰੀਏ ਵੀ ਜੋ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਕਹਿ ਰਹੀ ਹੈ, ਗੁਰੂ ਸਾਹਿਬ ਦਾ ਉਪਦੇਸ਼ ਕਹਿ ਰਿਹਾ ਹੈ। ਸਰੀਰ ਆਤਮਾ ਨੂੰ ਕਹਿ ਰਹੀ ਹੈ, ਤਨ ਕਹਿ ਤੂੰ ਵਸ ਮੈਂ ਨਾਲੇ, ਪ੍ਰੈ ਸੁਖ ਵਾਸੀ ਬਾਲ ਗੋਪਾਲੇ, ਤੁਝੇ ਬਿਨਾ ਹੋ ਕਿਤਨੀ ਨਾ ਲੇਖਾ। ਕਹਿੰਦੇ ਤੇਰੇ ਤੋਂ ਬਿਨਾ ਮੇਰੇ ਸਾਰੇ ਲਾਭ ਕਰੋ। ਪਰ ਜਦੋਂ ਬੰਦੇ ਦੇ ਮਰ ਜਾਂਦਾ ਹੈ, ਮੌਤ ਆ ਜਾਂਦੀ ਹੈ, ਫਿਰ ਸਾਰੇ ਉਹੀ ਪਰਿਵਾਰ ਆਪ ਸੰਸਕਾਰ ਕਰਨ ਜਾਂਦਾ ਹੈ। ਸਰੀਰ ਦੀ ਕਦਰ ਉਹਨਾਂ ਚਿਰ ਹੈ ਜਿੰਨਾ ਚਿਰ ਅੰਦਰ ਆਤਮਾ ਹੈ। ਧਨ ਕਹਿ ਤੂੰ ਵਸ ਮੈਂ ਨਾਲੇ, ਪ੍ਰੈ ਸੁਖ ਵਾਸੀ ਬਾਲ ਗੋਪਾਲੇ, ਤੁਝੇ ਬਿਨਾ ਹੋ ਕਿਤਨੀ ਦੀ ਬੱਚੀ। ਫਿਰ ਕਹਿਆ ਹੋ ਹੁਕਮੀ ਬੰਦਾ, ਉਹ ਭਾਰੋ ਠਾਕੁਰ ਜਿਸ ਕਾਣ ਨਾ ਛੰਦਾ। ਮੇਰਾ ਜਿਹੜਾ ਮਾਲਕ ਹੈ ਨਾ, ਉਹ ਬੜਾ ਭਾਰੀ ਹੈ, ਉਹਨੂੰ ਕਿਸੇ ਦੀ ਪਰਵਾਹ ਨਹੀਂ, ਕਿਸੇ ਦੀ ਮੁਹਤਾਜੀ ਨਹੀਂ ਹੈ। ਭਾਵੇਂ ਸਾਰਾ ਸੰਸਾਰ ਕਹੀ ਚੱਲੇ, ਸਾਰਾ ਪਰਿਵਾਰ ਕਹੀ ਚੱਲੇ ਵੀ ਅਜੇ ਤਾਂ ਬੜੀ ਲੋੜ ਸੀ, ਕਿਵੇਂ ਗੁਜ਼ਾਰਾ ਹੋਏਗਾ, ਕਿਵੇਂ ਪਰਿਵਾਰ ਚੱਲੇਗਾ। ਕਈ ਵਾਰ ਹੁੰਦਾ ਹੈ ਵੀ ਕਿਵੇਂ ਅੱਗੇ ਗੁਜ਼ਾਰਾ ਚੱਲੇਗਾ, ਕੀ ਬਣੇਗਾ। ਸੰਸਕਾਰ ਦਾ ਟਾਈਮ ਕੀ ਹੈ, ਸਾਰੀ ਸਮੱਗਰੀ ਲਿਆਂਦੀ, ਫੁੱਲ ਕਿੰਨੇ ਵਜੇ ਚੁਗਣੇ ਨੇ, ਭੋਗ ਕਿੰਨੀ ਤਰੀਕ ਨੂੰ ਹੈ। ਸਾਰੇ ਹੀ ਕਹਿੰਦੇ, ਕੋਈ ਇਹ ਤਾਂ ਨਹੀਂ ਕਹਿੰਦਾ ਵੀ ਰੱਖ ਲਓ 4 ਦਿਨ ਹੋਰ। ਮਾਰੇ ਕਹਿੰਦੇ ਜਦੋਂ ਆਤਮਾ ਨਿਕਲ ਗਈ, ਸਰੀਰ ਤਾਂ ਬਸ ਇੱਕ ਮਿੰਟ ਰਹਿ ਗਿਆ, ਫਿਰ ਤਾਂ ਕਹਿੰਦੇ ਕਾਢੋ ਕਾਢੋ ਹੋਈ। ਜਦੋਂ ਕਹਿੰਦੇ ਉਹਦਾ ਹੁਕਮ ਆ ਗਿਆ, ਆਤਮਾ ਉਡਾਰੀ ਮਾਰ ਗਈ, ਚਲਿਆ ਗਿਆ ਜੀ। ਇਹ ਵੀ ਨਹੀਂ ਦੱਸਿਆ ਕਿੱਥੇ ਗਿਆ। ਤੇ ਕਿਸੇ ਨਾਲ ਸਲਾਹ ਕੀਤੀ, ਆਈ ਆ ਗਿਆ ਪਿਰੋਂ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪਕਾਇਆ। ਕੋਈ ਸਲਾਹ ਕਰਦਾ ਵੀ ਇੰਨੀ ਤਰੀਕ ਨੂੰ ਮੈਂ ਚਲਿਆ ਜਾਣਾ, ਕੋਈ ਨਹੀਂ ਕਹਿੰਦਾ। ਕਿਸੇ ਨੇ ਸਲਾਹ ਨਹੀਂ ਕੀਤੀ ਵੀ ਮੈਂ ਇੰਨੀ ਤਰੀਕ ਨੂੰ ਇੰਨੇ ਵਜੇ ਚਲਿਆ ਜਾਣਾ। ਮਾਰੇ ਕਹਿੰਦੇ ਬਸ ਜਦੋਂ ਹੁਕਮ ਆਇਆ, ਆਈ ਆ ਗਿਆ ਪਿਰੋਂ ਬੁਲਾਇਆ, ਨਾ ਧਨ ਪੁੱਛੀ। ਸਰੀਰ ਮਾਰੇ ਕਹਿੰਦੇ ਉਹਨਾਂ ਚਿਰ ਆਤਮਾ ਵਿੱਚ ਰਹਿੰਦਿਆਂ ਇਸ ਜੀਵਨ ਨੂੰ ਸਫਲਾ ਕਰ। ਜਿੰਨਾ ਚਿਰ ਆਤਮਾ ਸਰੀਰ ਵਿੱਚ ਵਸਦੀ ਹੈ ਨਾ, ਉਹਨਾਂ ਚਿਰ ਮਾਰੇ ਕਹਿੰਦੇ ਇਹਨੂੰ ਸਫਲਾ ਕਰ ਲਾ। ਪਤਾ ਨਹੀਂ ਕਦੋਂ ਕਹਾਂ ਵਿਸਾਸਾ ਇਸ ਭਾਂਡੇ ਕਾ ਇਤਨਕ ਲਾਗੇ ਠਨਕਾ। ਕਿਸੇ ਦਾ ਕੋਈ ਪਤਾ ਨਹੀਂ ਵੀ ਮੌਤ ਕਿਹਨੂੰ ਕਦੋਂ ਆ ਜਾਵੇ। ਅਜੇ ਰਿਟਾਇਰਮੈਂਟ ਦਾ ਸਮਾਂ ਹੁੰਦਾ ਹੈ, ਬੰਦੇ ਦਾ ਨੌਕਰੀ ਦਾ ਸਮਾਂ ਵੀ, ਨੌਕਰੀ ਇੰਨਾ ਚਿਰ ਕਰ ਸਕਦਾ ਹੈ, ਇੰਨੇ ਸਾਲ ਤੱਕ ਇਹ ਨੌਕਰੀ ਕਰ ਸਕਦਾ, ਇਹ ਤੋਂ ਬਾਅਦ ਇਹਨੂੰ ਰਿਟਾਇਰਮੈਂਟ ਮਿਲਣੀ
ਪਾਵੇ ਰਿਟਾਇਰ ਹੋ ਜਾਏ। ਇੰਨੇ ਸਮੇਂ ਤੱਕ ਇਹ ਸਾਰੇ ਕਿਤੇ ਕਾਨੂੰਨ ਹਨ ਵੀ ਇੰਨੇ ਸਮੇਂ ਤੱਕ ਇਹ ਨੌਕਰੀ ਕਰ ਸਕਦਾ ਹੈ, ਪਰ ਦੁਨੀਆ ਦੇ ਵਿੱਚ ਕੋਈ ਐਸਾ ਦੇਸ਼ ਨਹੀਂ। ਮਾਰੇ ਕਹਿੰਦੇ ਇਹ ਤਾਂ ਰੱਬ ਦੇ ਹੱਥ ਹੈ, ਜਦੋਂ ਉਹਦਾ ਹੁਕਮ ਹੋ ਗਿਆ ਫਿਰ ਜਾਣਾ ਹੀ ਪੈਣਾ, ਫਿਰ ਕੋਈ ਵੀ ਰੱਖ ਨਹੀਂ ਸਕਦਾ ਹੈ। ਕੋਈ ਵੀ ਦਰਵਾਜ਼ਾ, ਕੋਈ ਵੀ ਤਾਕਤ, ਧਨ, ਸੰਪਤਾ, ਫਿਰ ਤਾਂ ਪਾਤਸ਼ਾਹ ਕਹਿੰਦੇ ਵੈਦ ਕੀ, ਡਾਕਟਰ ਕੀ, ਕੋਈ ਵੀ ਫਿਰ ਰੱਖਣ ਦੇ ਸਮਰੱਥ ਨਹੀਂ ਹੋ ਸਕਦਾ। ਆਪਾਂ ਮਹਾਰਾਜ ਦੇ ਬਚਨ ਪੀਤੇ ਨੇ ਸਤਿਗੁਰੂ ਜੀਆਂ ਨੇ। ਸਤਿਗੁਰੂ ਜੀ ਕਹਿੰਦੇ ਹਰ ਕੋਈ ਬੰਦਾ ਜਿਹੜਾ ਆਇਆ ਨਾ, ਕੋਈ ਵੀ ਹੈ, ਭਾਵੇਂ ਰਾਜਾ ਹੈ, ਭਾਵੇਂ ਉਹਦੀ ਪਰਜਾ ਹੈ, ਮੌਤ ਰਾਜੇ ਨੂੰ ਵੀ ਆਉਣੀ ਹੈ, ਮੌਤ ਉਹਦੀ ਪਰਜਾ ਨੂੰ ਵੀ ਆਉਣੀ ਹੈ। ਸਤਿਗੁਰੂ ਜੀ ਕਹਿੰਦੇ ਰਾਜਾ ਪਰਜਾ ਸਮ ਕਰ ਮਾਰੈ, ਐਸੋ ਕਾਲ ਵਡਾਂਦੀ ਨੇ। ਮਾਰੇ ਕਹਿੰਦੇ ਕਾਲ ਇੰਨਾ ਵੱਡਾ ਹੈ, ਉਹਨੇ ਰਾਜੇ ਨੂੰ ਕੀ, ਉਹਦਾ ਭਿਖਾਰੀ ਕੀ ਹੈ, ਮੌਤ ਉਹਨੂੰ ਵੀ ਆਉਣੀ ਹੈ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਵੀ ਸੱਚ ਤੇ ਝੂਠ, ਸੱਚ ਤੇ ਝੂਠ ਦਾ ਜਿਹੜਾ ਸੌਦਾ ਹੈ ਉਹ ਕਰਕੇ ਲੈ ਕੇ ਆਉਣਾ ਹੈ। ਸੱਚ ਕੀ ਹੈ ਤੇ ਝੂਠ ਕੀ ਹੈ। ਉਸ ਵਕਤ ਕਹਿੰਦੇ ਇੱਕ ਮੂਲਾ ਖੱਤਰੀ ਹੈ ਜਿਹਦਾ ਨਾਮ, ਉਹਨੇ ਕਿਹਾ, ਕਹਿੰਦਾ ਲਿਖ ਦਿੱਤਾ ਜਿਉਣਾ ਝੂਠ ਹੈ ਤੇ ਮਰਨਾ ਸੱਚ ਹੈ। ਜਿਉਣਾ ਝੂਠ ਤੇ ਮਰਨਾ ਸੱਚ ਹੈ। ਮਾਰੇ ਕਹਿੰਦੇ ਮਰਦਾਨਿਆ ਸੌਦਾ ਤਾਂ ਖਰਾ ਹੈ, ਪਰ ਜਿਹਨੇ ਇਹ ਲਿਖਿਆ ਉਹਨੂੰ ਵੀ ਬੁਲਾ ਕੇ ਲੈ ਕੇ ਆ ਵੀ ਸੌਦੇ ਵਿੱਚ ਜਿਹੜਾ ਇਹ ਖਰੀਦਿਆ, ਇਹ ਲਿਖਣਾ ਕੀਤਾ, ਇਹਦੇ ਯਕੀਨ ਹੈ ਵੀ ਕਿ ਨਹੀਂ। ਭਾਣੇ ਦੀ ਗੱਲ ਅਸੀਂ ਵੀ ਕਰ ਦਿੰਦੇ, ਪਰ ਭਾਣਾ ਵਾਪਰਦਾ ਨਾ ਜੀਤੇ ਉਹਨੂੰ ਪਤਾ ਹੈ। ਮਾਰੇ ਕਹਿੰਦੇ ਜਿਸ ਤਨ ਲੱਗੀਆਂ ਸੋਈ ਤਨ ਜਾਣ। ਜਿਹਦੇ ਨਾਲ ਲੱਗਦੀ ਹੈ, ਜਿਹਨੂੰ ਪਤਾ ਹੈ, ਉਹੀ ਜਾਣਦਾ ਹੈ, ਦੂਸਰਾ ਨਹੀਂ ਕੋਈ ਜਾਣ ਸਕਦਾ। ਜਿਹਦੇ ਨਾਲ ਵਾਪਰੀ ਹੈ, ਪਰ ਗੁਰੂ ਸਾਹਿਬ ਜੀ ਕਹਿੰਦੇ ਵਾਪਰੇਗੀ ਹਰ ਇੱਕ ਦੇ ਨਾਲ, ਕੋਈ ਐਸਾ ਘਰ ਨਹੀਂ ਹੈ। ਇੱਕ ਬੀਬੀ ਦਾ ਨਾ ਬੱਚਾ ਸੀ ਕੁਝ ਮਹੀਨਿਆਂ ਦਾ, ਉਹ ਚੜ੍ਹਾਈ ਕਰ ਜਾਂਦਾ। ਉਹ ਚੜ੍ਹਾਈ ਕੀਤਾ ਤੇ ਕਹਿਣ ਲੱਗੇ ਹੁਣ ਬੱਚੇ ਨਾਲ ਮੋਹ ਇਤਨਾ ਸੀ, ਥਾਂ ਥਾਂ ਤੇ ਆਪਣੇ ਬੱਚੇ ਨੂੰ ਚੁੱਕੀ ਫਿਰਦੀ ਹੈ। ਮਾਂ ਆਪਣੇ ਬੱਚੇ ਨੂੰ ਚੁੱਕੀ ਫਿਰਦੀ ਹੈ ਕਿ ਕੋਈ ਮੇਰੇ ਬੱਚੇ ਨੂੰ ਜੀਵਤ ਕਰ ਦੇਵੇ, ਕੋਈ ਮੇਰੇ ਬੱਚੇ ਨੂੰ ਜਿਉਂਦਾ ਕਰ ਦੇਵੇ। ਮਾਂ ਮੋਹ ਦੇ ਵਿੱਚ ਆ ਕੇ ਕਹਿੰਦੇ ਆਪਣੇ ਮਰੇ ਹੋਏ ਬੱਚੇ ਨੂੰ ਚੁੱਕੀ ਫਿਰ ਰਹੀ ਹੈ। ਉਹ ਐਸਾ ਹੈ, ਸਾਰੇ ਕਿਤੇ ਫਿਰੀ। ਕਿਸੇ ਸਿਆਣੇ ਨੇ ਫਿਰ ਕਿਹਾ, ਮਨੁੱਖਾਂ ਨੇ, ਉਹ ਕਹਿੰਦੇ ਵੀ ਇੱਥੇ ਮਹਾਤਮਾ ਜੀ ਹਨ, ਮਹਾਤਮਾ ਉਹਨਾਂ ਕੋਲ ਜਾਣਾ ਕਰ। ਸਮਝਣ ਦੀ ਗੱਲ ਹੈ, ਇਹ ਨਹੀਂ ਵੀ ਆਪਾਂ ਕਿਸੇ ਵੀ ਧਰਮ ਦੀ ਜਾਂ ਕਿਸੇ ਦੀ ਗੱਲ ਕਰੀਏ। ਗਿਆਨ ਜਿੱਥੋਂ ਲੈਣਾ ਨਾ, ਮਾਰੇ ਕਹਿੰਦੇ ਜਿਹੜਾ ਗਿਆਨਵਾਨ ਹੁੰਦਾ ਉਹਨੇ ਮਾੜੇ ਵਿੱਚੋਂ ਵੀ, ਮਾੜੇ ਬੰਦੇ ਵਿੱਚੋਂ ਵੀ ਕੋਈ ਚੰਗਾ ਗੁਣ ਲੱਭ ਲੈਣਾ, ਕੋਈ ਨਾ ਕੋਈ ਚੰਗਾ ਗੁਣ ਗ੍ਰਹਿਣ ਕਰ ਹੀ ਲੈਂਦਾ। ਪਰ ਜਿਹਦੀ ਬਿਰਤੀ ਔਗਣ ਇਕੱਠੇ ਕਰਦੀ ਹੁੰਦੀ ਹੈ, ਉਹ ਚੰਗੀ ਥਾਵਾਂ ਤੇ ਔਗਣ ਇਕੱਠੇ ਕਰੀ ਚੱਲੇਗਾ। ਸਤਿਗੁਰੂ ਜੀ ਤਾਂ ਕਹਿੰਦੇ ਸਾਂਝ ਕਰੀਜੈ ਗੁਣੈ ਕੇਰੀ ਛੋੜ, ਅਵਗੁਣ ਚੱਲੀ। ਹੁਣ ਮਾਤਾ ਗਈ ਕਹਿੰਦੇ ਆਪਣੇ ਮਰੇ ਹੋਏ ਬੱਚੇ ਨੂੰ ਲੈ ਕੇ, ਤੇ ਕਹਿੰਦੀ ਮੇਰੇ ਬੱਚੇ ਨੂੰ ਜਿਉਂਦਾ ਕਰ ਦਿਓ। ਹੁਣ ਮਹਾਤਮਾ ਸੀ, ਉਹਨੇ ਵੇਖਿਆ ਮਾਤਾ ਮਮਤਾ ਦੀ ਮਾਰੀ ਹੋਈ ਮਾਂ, ਕਹਿਣ ਲੱਗਿਆ ਹੈ ਮਾਂ। ਉਹਨਾਂ ਨੇ ਪੁੱਛਿਆ, ਕਹਿੰਦੇ ਵੀ ਤੇਰਾ ਬੱਚਾ ਤਾਂ ਜਿਉਂਦਾ ਹੋ ਜਾਊਗਾ, ਪਰ ਕਹਿੰਦੇ ਤੂੰ ਰਾਈ ਦੇ ਜਿਹੜਾ ਤਾਣੇ ਉਹ ਲੈ ਕੇ ਆਉਣਾ ਕਰ। ਉਹ ਚਲੇ,
ਬੱਚੇ ਨੂੰ ਰੱਖ ਕੇ ਕਹਿੰਦੇ ਨਗਰ ਨਗਰ, ਪਰ ਨਾਲ ਉਹਨੇ ਇਹ ਗੱਲ ਕਹੀ, ਕਹਿੰਦੇ ਉਸ ਘਰ ਵਿੱਚੋਂ ਲੈ ਕੇ ਆਈ ਜਿਸ ਘਰ ਵਿੱਚ ਕਦੇ ਕੋਈ ਮਰਿਆ ਨਾ ਹੋਵੇ, ਕਿਸੇ ਦੀ ਮੌਤ ਨਾ ਹੋਈ ਹੋਵੇ। ਉਹਨੇ ਕਹਿੰਦੇ ਦਾਣੇ ਉਸ ਘਰ ਵਿੱਚੋਂ ਲਿਆਈ ਜਿਸ ਘਰ ਵਿੱਚ ਮੌਤ ਨਹੀਂ ਹੋਈ। ਉਹ ਮਾਤਾ ਜੀ ਦਾ ਬੱਚਾ ਚੜਾਈ ਕੀਤਾ ਨਾ, ਉਹ ਜਾਂਦੀ ਹੈ, ਉਹ ਦਾਣੇ ਤਾਂ ਦੇਣ ਲਈ ਸਾਰੇ ਤਿਆਰ ਹੋ ਜਾਂਦੇ, ਪਰ ਜਦੋਂ ਪੁੱਛਦੀ ਹੈ ਵੀ ਤੁਹਾਡੇ ਘਰ ਵਿੱਚ ਕੋਈ ਪਹਿਲਾਂ ਕਿਸੇ ਦੀ ਮੌਤ ਤਾਂ ਨਹੀਂ ਹੋਈ? ਉਹਨਾਂ ਨੇ ਕਿਹਾ ਵੀ ਸਾਡੇ ਘਰ ਵਿੱਚ ਤਾਂ ਮਰੇ ਨੇ, ਸਾਡੇ ਬਜ਼ੁਰਗ ਚੜਾਈ ਕੀਤੇ, ਕਿਸੇ ਦਾ ਕੁਝ ਚੜਾਈ ਕੀਤਾ। ਸਾਰੇ ਨਗਰ ਵਿੱਚ ਕੱਲੇ ਕੱਲੇ ਘਰ ਵਿੱਚ ਜਾ ਆਈ, ਪਰ ਕੋਈ ਐਸਾ ਘਰ ਨਹੀਂ ਮਿਲਿਆ ਜਿਸ ਘਰ ਵਿੱਚ ਮੌਤ ਨਹੀਂ ਹੋਈ। ਹਰ ਘਰ ਵਿੱਚ ਮੌਤ ਹੋਈ ਹੈ। ਉਹ ਜਦੋਂ ਸਾਰੇ ਘਰਾਂ ਨੂੰ ਵੇਖ ਲਿਆ ਤੇ ਕਹਿੰਦੇ ਆਉਂਦੀ ਹੈ ਨਾ, ਹੁਣ ਖੇੜੇ ਵਿੱਚ ਹੈ, ਗਿਆਨ ਹੋ ਗਿਆ, ਮੌਤ ਦਾ ਪਤਾ ਲੱਗ ਗਿਆ। ਉਹ ਬਜ਼ੁਰਗ ਕਹਿੰਦੇ ਵੀ ਜਦੋਂ ਤੂੰ ਗਈ ਸੀ ਉਦੋਂ ਬੜੀ ਵਿਰਲਾਪ ਕਰਦੀ ਵੀ ਤੇਰਾ ਤਾਂ ਪੁੱਤਰ ਚੜਾਈ ਕੀਤਾ ਹੈ, ਵੀ ਹੁਣ ਤੂੰ ਬੜੇ ਆਨੰਦ ਵਿੱਚ ਆ ਰਹੀ ਹੈ। ਕਹਿਣ ਲੱਗੀ ਮੇਰਾ ਕਿਹੜਾ ਕੱਲਾ ਪੁੱਤ ਚੜਾਈ ਕੀਤਾ, ਇੱਥੇ ਪਤਾ ਨਹੀਂ ਕਿੰਨੀਆਂ ਕਮਾਵਾਂ ਦੇ ਪੁੱਤ ਚਲੇ ਗਏ। ਇੱਥੇ ਤਾਂ ਐਸਾ ਕੋਈ ਘਰ ਹੀ ਹੈ ਨਹੀਂ ਜਿਸ ਘਰ ਵਿੱਚ ਮੌਤ ਨਾ ਆਈ ਹੋਵੇ। ਮਾਰੇ ਕਹਿੰਦੇ ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ ਪਹੁੰਚਾ ਤੋਂ ਭਾਵ। ਪਾਤਸ਼ਾਹ ਕਹਿੰਦੇ ਚਿੱਠੀ, ਮੌਤ ਦੀ ਚਿੱਠੀ ਹਰ ਘਰ ਵਿੱਚ ਆਉਣੀ, ਕੋਈ ਘਰ ਐਸਾ ਨਹੀਂ ਬਚਿਆ ਜਿਸ ਘਰ ਵਿੱਚ ਮੌਤ ਨਹੀਂ ਹੋਣੀ। ਆਪਾਂ ਬੈਠੇ ਆ ਨਾ ਮਾਤਾ ਜੀ ਦੇ ਭੋਗ ਤੇ, ਸਮਾਂ ਸਾਡਾ ਵੀ ਆਉਣਾ ਹੈ, ਵਾਰੀ ਸਾਡੀ ਵੀ ਆਉਣੀ ਹੈ, ਪਰ ਮਾਰੇ ਕਹਿੰਦੇ ਸਮਾਂ ਜਦੋਂ ਆ ਗਿਆ ਫਿਰ ਕਿਸੇ ਨੇ ਰੱਖਣਾ ਨਹੀਂ ਹੈ, ਕੋਈ ਬਚਾ ਨਹੀਂ ਸਕਦਾ, ਕੋਈ ਰੱਖ ਨਹੀਂ ਸਕਦਾ। ਸਤਿਗੁਰੂ ਜੀ ਕਹਿੰਦੇ ਮੌਤ ਇੱਕ ਅਟਲ ਸੱਚਾਈ ਹੈ ਜੀਵਨ ਦੀ। ਹੁਣ ਮੂਲੇ ਖੱਤਰੀ ਨੂੰ ਮਾਰੇ ਨੇ ਕਿਹਾ ਸੀ, ਕਹਿੰਦੇ ਸੱਚਮੁੱਚ ਖਰਾ ਸੌਦਾ ਹੈ, ਪਰ ਗਿਆਨ ਵੀ ਹੈ ਕਿ ਕਹਿੰਦਾ ਮਾਰੇ ਬਸ ਏਦਾਂ ਹੀ ਸੁਣ ਲਿਆ ਤੇ ਲਿਖ ਦਿੱਤਾ। ਗੁਰੂ ਸਾਹਿਬ ਜੀ ਕਹਿੰਦੇ ਆ ਚੱਲ ਫਿਰ ਮੂਲਿਆ ਤੈਨੂੰ ਗਿਆਨ ਕਰਾਈਏ, ਨਾਲ ਰਿਹਾ ਮਾਰੇ। ਪਰ ਜਦੋਂ ਮੌਤ ਦਾ ਸਮਾਂ ਆਇਆ ਨਾ, ਘਰ ਚਲਾ ਗਿਆ, ਮੋਹ ਜਾਗ ਪਿਆ ਘਰ ਦਾ। ਘਰ ਗਿਆ ਤੇ ਗੁਰੂ ਸਾਹਿਬ ਜੀ ਆਵਾਜ਼ਾਂ ਦਿੰਦੇ, ਕਹਿੰਦੇ ਮੂਲਿਆ, ਤੇ ਘਰ ਵਾਲੀ ਕਹਿੰਦੀ ਵੀ ਉਹ ਤਾਂ ਘਰ ਹੈ, ਲੁਕੋ ਦਿੱਤਾ। ਮਾਰੇ ਫੇਰ ਆਵਾਜ਼ ਮਾਰਦੇ ਨੇ, ਕਹਿੰਦੇ ਘਰ ਵਾਲੀ ਨੇ ਫੇਰ ਕਹਿ ਦਿੱਤਾ ਵੀ ਪਹਿਲਾਂ ਲੈ ਗਏ, ਕਾਫੀ ਸਮਾਂ ਨਹੀਂ ਆਏ, ਵੀ ਕਿਤੇ ਫੇਰ ਨਾ ਲੈ ਜਾਣ। ਗੁਰੂ ਸਾਹਿਬ ਜੀ ਨੇ 2-3 ਵਾਰ ਮਾਰੇ ਨੇ ਆਵਾਜ਼ ਲਗਾਈ ਤੇ ਕਹਿੰਦੀ ਮੂਲਾ ਤਾਂ ਘਰ ਹੈ ਨਹੀਂ। ਮਾਰੇ ਕਹਿੰਦੇ ਫਿਰ ਹੈ ਹੀ ਨਹੀਂ। ਹੁਣ ਗੁਰੂ ਸਾਹਿਬ ਜੀ ਤਾਂ ਜਾਣ ਹੀ ਜਾਣ, ਫਿਰ ਕਹਿੰਦੇ ਹੈ ਹੀ ਨਹੀਂ। ਉਧਰ ਮੂਲੇ ਦੀ ਮੌਤ ਹੋ ਗਈ, ਸੱਪ ਲੜ ਕੇ। ਕਹਿੰਦੇ ਬਾਹਰ ਆਉਂਦਾ ਹੈ, ਸੱਪ ਨੇ ਡਸ ਲਿਆ, ਕਹਿੰਦਾ ਤੂੰ ਮੈਨੂੰ ਬੇਮੁਖ ਕਰ ਦਿੱਤਾ ਹੈ। ਜਦੋਂ ਬਾਹਰ ਆਉਂਦਾ ਹੈ ਤੇ ਕਹਿੰਦੇ ਉਸੇ ਵਕਤ ਦੀ ਮੌਤ, ਕਹਿੰਦਾ ਹੁਣ ਜਿਹੜੇ ਗੁਰੂ ਸਾਹਿਬ ਆਏ ਨਾ ਉਹਨਾਂ ਕੋਲ ਲੈ ਚੱਲ। ਮੌਤ ਹੋ ਗਈ ਤੇ ਕਹਿੰਦੇ ਮਾਰੇ ਦੇ ਕੋਲ ਦੇਹੀ ਨੂੰ ਚੱਕ ਕੇ ਲੈ ਕੇ ਆਏ। ਗੁਰੂ ਸਾਹਿਬ ਜੀ ਨੂੰ ਕਹਿਣ ਲੱਗੀ ਸਤਿਗੁਰੂ ਜੀ ਤੁਹਾਡਾ ਸਿੱਖ ਹੈ, ਕਿਰਪਾ ਕਰਕੇ ਬਖਸ਼ ਦਿਓ। ਆਪਾਂ ਵੀ ਅਰਦਾਸ ਕਰਦੇ ਮਹਾਰਾਜ ਇਹ ਜੀਵ ਭੁੱਲਣਹਾਰ ਹੈ, ਕੋਈ ਐਸਾ ਨਹੀਂ ਹੈ ਜਿਹੜਾ ਕਹਿੰਦਾ ਮੈਂ ਭੁੱਲ ਨਹੀਂ ਕਰ ਸਕਦਾ। ਗੁਰੂ ਸਾਹਿਬ ਜੀ ਤਾਂ ਕਹਿੰਦੇ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਮਾਰੇ ਤਾਂ ਕਹਿੰਦੇ ਲੇਖੈ ਕਤੈ ਨ ਛੁਟੀਐ, ਖਿਨ ਖਿਨ ਭੁੱਲਣ ਹਾਰ। ਅਸੀਂ ਤਾਂ ਖਿਨ ਖਿਨ ਗਲਤੀਆਂ ਕਰਦੇ ਆ, ਭੁੱਲਾਂ ਕਰਦੇ ਆ। ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ, ਕਿਰਪਾ ਕਰਕੇ ਬਖਸ਼ਣਹਾਰ ਪਿਤਾ ਜੀਓ ਬਖਸ਼ ਲਿਓ। ਜਿਵੇਂ ਮਾਂ ਆਪਣੇ ਬੱਚੇ ਦੀਆਂ ਭੁੱਲਾਂ ਚੇਤੇ ਨਹੀਂ ਰੱਖਦੀ ਨਾ, ਕਹਿੰਦੇ ਮਾਂ ਵੇਖਦੀ ਹੈ
ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਖਸ ਤੇਤੇ, ਰਾਮਈਆ ਹੋ ਬਾਰਕ ਤੇਰਾ, ਕਾਹੇ ਨਾ ਖੰਡਸ ਆਪੁਨ ਮੇਰਾ। ਐ ਰਮਈਆ ਤੇ ਅਸੀਂ ਤੁਹਾਡੇ ਬਾਰਕ ਹਾਂ, ਬੱਚੇ ਆ, ਕਿਰਪਾ ਕਰਕੇ ਸਾਡੇ ਔਗਣਾਂ ਨੂੰ ਖੰਡਨ ਕਰਨਾ ਕਰੋ। ਇਹ ਅਰਦਾਸ ਹੈ। ਦੇਹੋ ਸੱਜਣ ਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮੇਲ। ਇਸ ਦੀ ਘਰ ਵਾਲੀ ਕਹਿੰਦੀ ਮਹਾਰਾਜ ਬਖਸ਼ ਦਿਓ ਤੁਹਾਡਾ ਸਿੱਖ, ਕਹਿੰਦੇ ਗੁਰੂ ਸਾਹਿਬ ਜੀ ਕਹਿੰਦੇ ਸਾਡਾ ਸਿੱਖ ਤਾਂ ਹੀ ਤਾਂ ਅਸੀਂ ਲੈਣ ਆਏ, ਤਾਂ ਹੀ ਤਾਂ ਅਸੀਂ ਮਿਲਣ ਆਏ। ਫਿਰ ਵੀ ਗੁਰੂ ਸਾਹਿਬ ਜੀ ਕਹਿੰਦੇ ਹੁਣ 10ਵੇਂ ਜਾਮੇ ਚ ਉਧਾਰ ਕਰਾਂਗੇ। ਫਿਰ ਹਜ਼ੂਰ ਸਾਹਿਬ ਦੀ ਪਾਵਨ ਧਰਤੀ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸ਼ਾਹੇ ਦੀ ਜੂਨ ਵਿੱਚ ਇਸ ਮੂਲੇ ਦਾ ਆਧਾਰ ਕਰਦੇ ਗੁਰਦੁਆਰਾ ਸਾਹਿਬ ਜਿੱਥੇ ਪਾਪ ਮੌਤ ਨੂੰ ਮਰ ਕਹਿੰਦੇ ਜਦੋਂ ਆਉਣੀ ਹੈ ਕੋਈ ਰੱਖ ਨਹੀਂ ਸਕਦਾ, ਕੋਈ ਬਚਾ ਨਹੀਂ ਸਕਦਾ। ਕਿੱਡਾ ਵੀ ਕੋਈ ਬਲੀ ਹੋਵੇ, ਕੋਈ ਧਨਵਾਨ ਹੋਵੇ, ਕਿੱਡਾ ਹੀ ਕੋਈ ਤਾਕਤ ਵਾਲਾ ਹੋਵੇ, ਮੌਤ ਅੱਗੇ ਕਿਸੇ ਦੀ ਪੇਸ਼ੀ ਨਹੀਂ ਜਾਂਦੀ। ਕੋਈ ਨਹੀਂ ਕਹਿ ਸਕਦਾ ਕਿ ਮੈਨੂੰ ਮੌਤ ਨਹੀਂ ਆ ਸਕਦੀ। ਮਾਰੇ ਕਹਿੰਦੇ ਬਹੁਤ ਯਤਨ ਕਰਤਾ ਬਲਵੰਤ, ਸੂਰਾ ਸੇਵੰਤ ਸੂਰਾ ਚਤੁਰ ਦਿਸੈ। ਬੜਾ ਯਤਨ ਕਰਦਾ ਹੋਵੇ ਪਰ ਜਿੱਦਣ ਮੌਤ ਆਉਣੀ ਹੈ ਪਾਤਸ਼ਾਹ ਕਹਿੰਦੇ ਉਦਣ ਕੋਈ ਵੀ ਨਹੀਂ ਰੱਖ ਸਕਦਾ। ਮਹਾਰਾਜ ਦਾ ਆਪਾਂ ਬਚਨ ਪੜ੍ਹਦੇ ਹਾਂ, ਸਤਿਗੁਰੂ ਜੀ ਕਹਿੰਦੇ ਮੌਤ ਨੇ ਹਰ ਕੋਈ ਲੈ ਜਾਣਾ ਹੈ, ਭਾਵੇਂ ਬੱਚਾ ਹੈ, ਭਾਵੇਂ ਜਵਾਨ ਹੈ, ਭਾਵੇਂ ਬਜ਼ੁਰਗ ਹੈ। ਅਜੇ ਮਾਤਾ ਕਹਿੰਦੀ ਹੈ, ਆਪਾਂ ਦੇਖਦੇ ਹਾਂ ਘਰਾਂ ਵਿੱਚ ਵੀ ਅੱਜ ਇਹ ਇੰਨੇ ਸਾਲ ਦਾ ਹੋ ਗਿਆ, ਜਨਮ ਦਿਨ ਮਨਾਉਂਦੇ ਆ ਵੀ ਇੰਨੇ ਸਾਲ ਦਾ, ਅੱਜ ਇੰਨੇ ਸਾਲ ਦਾ ਹੋ ਗਿਆ। ਪਰ ਜੇ ਗੁਰੂ ਸਾਹਿਬ ਜੀਆਂ ਤੋਂ ਪੁੱਛੀਏ, ਸਤਿਗੁਰੂ ਜੀ, ਭਗਤ ਜੀ, ਮਾਤਾ ਤਾਂ ਕਹਿ ਰਹੀ ਹੈ ਵੀ ਪੁੱਤਰ ਵੱਡਾ ਹੋ ਰਿਹਾ, ਵੀ 1 ਸਾਲ ਦਾ ਹੋ ਗਿਆ, 2 ਸਾਲ ਦਾ, ਪੁੱਤਰ ਵੱਡਾ ਹੋ ਰਿਹਾ ਹੈ, ਮਾਂ ਖੁਸ਼ ਹੁੰਦੀ ਹੈ। ਪਰ ਸਤਿਗੁਰੂ ਜੀ ਕਹਿੰਦੇ ਉਸ ਭੋਲੀ ਮਾਂ ਨੂੰ ਇਹ ਨਹੀਂ ਪਤਾ ਵੀ ਇਹਦੀ ਉਮਰ ਘਟ ਰਹੀ ਹੈ। ਜਨਮ ਹੋਇਆ ਤੇ ਪਹਿਲੀ ਮੌਤ ਦੀ ਘਟਨਾ ਵਾਪਰੀ ਹੈ। ਜਨਮ ਜਦੋਂ ਸ਼ੁਰੂ ਹੋਇਆ ਤੇ ਮੌਤ ਵਾਲੇ ਪਾਸੇ ਚੱਲਿਆ ਹੈ। ਮਾਰੇ ਕਹਿੰਦੇ ਜਨਨੀ ਜਾਣਤ ਸੁਤ ਵੱਡਾ ਹੋਤ ਹੈ, ਇਤਨਕ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਮਾਂ ਨੂੰ ਇਹ ਨਹੀਂ ਪਤਾ ਵੀ ਉਮਰ ਘਟ ਰਹੀ ਹੈ, ਸਰੀਰ ਭਾਵੇਂ ਵੱਡਾ ਹੋ ਰਿਹਾ ਹੈ, ਪਰ ਮਾਰੇ ਕਹਿੰਦੇ ਦਿਨ ਤੇ ਪਹਿਰ ਤੇ ਘੜੀਆਂ, ਆਪ ਘਟੈ ਤਨ ਸਿਜੈ, ਕਾਲ ਅਹੇਰੀ ਫਿਰੈ ਬਦਕ ਜਿਉ, ਕਹੋ ਕਵਨ ਬਿਦ ਕੀਜੈ। ਪਾਤਸ਼ਾਹ ਕਹਿੰਦੇ ਕੋਈ ਯਤਨ ਕਰ ਲੈ, ਜਦੋਂ ਸਮਾਂ ਲੰਘ ਜੇ ਫਿਰ ਨਹੀਂ, ਫਿਰ ਪਛਤਾਵਾ ਹੀ ਰਹਿ ਜਾਂਦਾ ਹੈ। ਜੇ ਬੰਦਾ ਕਹੀਏ ਵੀ ਅਜੇ ਸਮਾਂ ਬੜਾ ਹੈ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀਆਂ ਦਾ ਕਵਿਤ ਹੈ, ਇਹ ਕਹਿ ਕੇ ਫਿਰ ਆਪਾਂ ਸਮਾਪਤੀ, ਸਮਾਂ ਨੇੜੇ ਹੋ ਗਿਆ ਹੈ, 1:45 ਵਜੇ ਦਾ ਸਮਾਪਤੀ ਦਾ ਸਮਾਂ ਸੀ। ਇਹ ਕਵਿਤ ਕਹਿ ਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਉਹ ਕਹਿਣ ਲੱਗੇ ਵੀ ਘਰ ਨੂੰ ਅੱਗ ਲੱਗੀ ਹੈ। ਘਰ ਨੂੰ ਅੱਗ ਲੱਗੀ ਤੇ ਬੰਦਾ ਕਹਿੰਦਾ ਪਹਿਲਾਂ ਮੈਂ ਖੂਹ ਪੁੱਟ ਲਵਾਂ, ਖੂਹ ਪੁੱਟਾਂ, ਜਾਂ ਅੱਜ ਕਹਿ ਲਈਏ ਵੀ ਪਹਿਲਾਂ ਕਹਿੰਦਾ ਵੀ ਬੋਰ ਕਰ ਲਵਾਂ, ਫਿਰ ਅੱਗ ਬੁਝਾਵਾਂਗਾ। ਭਾਈ ਸਾਹਿਬ ਜੀ ਕਹਿੰਦੇ ਉਹਦਾ ਬਾਅਦ ਵਿੱਚ ਪੱਟਿਆ ਹੋਇਆ ਖੂਹ, ਬਾਅਦ ਵਿੱਚ ਲਵਾਇਆ ਹੋਇਆ ਬੋਰ ਕਿਸੇ ਕੰਮ ਦਾ, ਫਿਰ ਤਾਂ ਘਰ ਸੜ ਕੇ ਖਤਮ ਹੋ ਜਾਣਾ, ਫਿਰ ਨਹੀਂ ਕੋਈ ਫਾਇਦਾ। ਦੂਸਰੀ ਉਦਾਹਰਨ ਦਿੱਤੀ ਭਾਈ ਸਾਹਿਬ ਜੀ, ਕਹਿੰਦੇ ਜੰਗ ਲੱਗੀ ਹੈ, ਯੁੱਧ ਲੱਗਿਆ ਹੈ, ਇੱਕ ਪਾਸੇ ਜੰਗ ਲੱਗੀ ਹੈ, ਜੇ ਕਹਿੰਦਾ ਵੀ ਮੈਂ ਸ਼ਸਤਰ ਚਲਾਉਣੇ ਸਿੱਖ ਲਵਾਂ, ਸ਼ਸਤਰ ਚਲਾਉਣੇ ਸਿੱਖ ਲਾਂ, ਟ੍ਰੇਨਿੰਗ ਦਿੱਤੀ ਜਾਂਦੀ ਨਾ। ਭਾਈ ਭਰਪੂਰ ਸਿੰਘ ਜੀ ਸਬ ਇੰਸਪੈਕਟਰ ਲੁਧਿਆਣੇ ਤੋਂ, ਇਹਨਾਂ ਨੇ ਹੁਕਮ ਕੀਤਾ, ਜਦੋਂ ਹੁਣ ਇਹ ਥੋੜਾ ਵੀ ਪਹਿਲਾਂ ਹੀ ਭਰਤੀ ਕਰ ਲਿਆ ਵੀ
ਹੁਣ ਕੋਈ ਲੋੜ ਨਹੀਂ ਟ੍ਰੇਨਿੰਗ ਦੀ, ਕਿਵੇਂ ਗੋਲੀ ਚਲਾਉਣੀ ਹੈ, ਕਿਵੇਂ ਹਥਿਆਰ ਨੂੰ ਚਲਾਉਣਾ, ਕਿੱਥੇ ਵਰਤਣਾ ਹੈ, ਉਹ ਸਾਰਾ ਕੁਝ ਸਿਖਾਇਆ ਜਾਂਦਾ ਹੈ। ਭਾਈ ਸਾਹਿਬ ਜੀ ਕਹਿੰਦੇ ਜੰਗ ਲੱਗੀ ਹੋਵੇ ਤੇ ਕਹਿੰਦਾ ਵੀ ਮੈਂ ਸ਼ਸਤਰ ਚਲਾਉਣੇ ਸਿੱਖ ਲਾਂ, ਜੇ ਫਿਰ ਕੋਈ ਫਾਇਦਾ ਨਹੀਂ, ਕਹਿੰਦੇ ਜੰਗ ਨਹੀਂ ਜਿੱਤ ਸਕੇਗਾ। ਤੀਸਰੀ ਉਦਾਹਰਨ ਭਾਈ ਸਾਹਿਬ ਜੀ ਨੇ ਦਿੱਤੀ, ਕਹਿੰਦੇ ਸੁੱਤਾ ਰਿਹਾ, ਰਾਤ ਦਿਨ ਵੀ ਸੁੱਤਾ ਰਿਹਾ, ਜਿਹੜੇ ਨਾਲ ਦੇ ਸੀ ਨਾ, ਜਿਨ੍ਹਾਂ ਨੂੰ ਰਸਤਾ ਪਤਾ ਸੀ ਆਗੂ, ਉਹ ਚਲੇ ਗਏ ਤੇ ਬਾਅਦ ਵਿੱਚ ਬੈਠਾ ਜਦੋਂ ਜਾਗਦਾ ਹੈ ਨਾ, ਦਿਨ ਚੜ ਜਾਂਦਾ, ਫਿਰ ਪਛਤਾਉਂਦਾ ਵੀ ਮੈਂ ਹੁਣ ਕਿਵੇਂ ਜਾਵਾਂਗਾ, ਮੈਨੂੰ ਤਾਂ ਰਸਤਾ ਵੀ ਨਹੀਂ ਪਤਾ ਹੈ। ਭਾਈ ਸਾਹਿਬ ਜੀ ਕਹਿੰਦੇ ਇਸੇ ਤਰ੍ਹਾਂ ਬੰਦੇ ਦੀ ਜਵਾਨੀ, ਬਚਪਨ, ਜਵਾਨੀ, ਬੁਢੇਪਾ, ਸਾਰੀ ਉਮਰ ਲੰਘ ਜਾਂਦੀ ਹੈ। ਇਹ ਅਜੇ ਉਦਮ ਹੀ ਨਹੀਂ ਕਰਦਾ, ਜੇ ਕਹਿੰਦਾ ਬਥੇਰੀ ਉਮਰ ਪਈ ਹੈ, ਬੜਾ ਅਜੇ ਸਮਾਂ ਪਿਆ ਹੈ। ਕਹਿੰਦੇ ਜਦੋਂ ਮੌਤ ਆ ਗਈ ਨਾ, ਫਿਰ ਮਾਰੇ ਕਹਿੰਦੇ ਕੋਈ ਉਦਮ ਨਹੀਂ ਹੋਣਾ, ਫਿਰ ਕੋਈ ਯਤਨ ਨਹੀਂ। ਭਾਈ ਸਾਹਿਬ ਜੀ ਕਹਿੰਦੇ ਜੈਸੇ ਘਰ ਲਾਗੇ ਆਗ ਜਾਗ, ਕੂਆ ਖੋਦਿਓ ਚਾਹੇ, ਕਾਰਜ ਨਾ ਸਿੱਧ ਹੋਏ ਰੋਏ ਪਛਤਾਈਐ। ਜੈਸੇ ਸੰਗਰਾਮ ਵਿਖੇ ਸਿੱਖਿਓ ਚਾਹੇ ਵੀਰ ਵਿਦਿਆ, ਅਨਿਥਾ ਉੱਤਮ ਜੈਤ ਪਦਵੀ ਨਾ ਪਾਈਐ। ਜੈਸੇ ਨਿਸ ਸੋਵਤ ਸੰਗਾਤੀ ਚੱਲ ਜਾਤ, ਪਾਸ਼ੈ ਭੋਰ ਪਏ ਰੋਏ ਪਛਤਾਈਐ। ਤੇ ਇਸੇ ਤਰ੍ਹਾਂ ਭਾਈ ਸਾਹਿਬ ਜੀ ਕਹਿੰਦੇ ਤੈਸੇ ਮਾਇਆ ਤੰਦ ਅੰਧ ਅਬਦ ਵਿਹਾਏ ਗਈ, ਗੁਰ ਉਪਦੇਸ਼ਹੀਨ ਪਾਸ਼ੈ ਪਛਤਾਈਐ। ਕਹਿੰਦੇ ਗੁਰੂ ਦੇ ਉਪਦੇਸ਼ ਤੋਂ ਹੀ ਨਾ ਫਿਰ ਪਛਤਾਉਂਦਾ ਹੈ ਵੀ ਮੇਰੀ ਤਾਂ ਉਮਰ ਹੀ ਲੰਘ ਗਈ, ਪਤਾ ਹੀ ਨਹੀਂ ਲੱਗਿਆ। ਬਾਬਾ ਜੀ ਤਾਂ ਕਹਿੰਦੇ ਨੇ ਮਾਰੇ, ਕਹਿੰਦੇ ਸਮਾਂ ਹੈ ਬੇੜਾ ਬੰਦ ਨਾ ਸਕਿਓ, ਬੰਧਨ ਕੀ ਵੇਲਾ, ਪਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ। ਇਹ ਬਾਅਦ ਵਿੱਚ ਫਿਰ ਬੇੜਾ ਬੰਨਣ ਦੀ ਕੋਈ ਫਾਇਦਾ ਨਹੀਂ ਹੈ। ਜਦੋਂ ਉਮਰਾਂ ਲੰਘ ਗਈਆਂ, ਸਵਾਸ ਖਤਮ ਹੋ ਗਏ, ਫਿਰ ਕੋਈ ਫਾਇਦਾ ਨਹੀਂ। ਇਹ ਤਾਂ ਸਵਾਸ ਚੱਲਦੇ ਪਏ ਨੇ ਨਾ, ਜਪ ਲੈ ਮਾਰੇ ਕਹਿੰਦੇ। ਅੱਜ ਗੁਰੂ ਹਰਿਰਾਏ ਸਾਹਿਬ ਜੀ ਦਾ ਵੀ ਜੋਤੀ ਜੋਤ ਦਿਵਸ ਹੈ। ਅੱਜ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਮਾਫ ਕਰਨਾ, ਦੂਸਰੇ ਗੁਰਦੇਵ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਅੱਜ ਜੋਤੀ ਜੋਤ ਦਿਵਸ ਹੈ। ਮਹਾਰਾਜ ਅੱਜ ਦੇ ਦਿਨ ਸਰੀਰ ਕਰਕੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਵੀ ਮਹਾਰਾਜ ਨੇ ਆਪਣੇ ਸਰੀਰ ਨੂੰ ਓਲੇ ਕਰ ਲਿਆ। ਗੁਰੂ ਸਾਹਿਬ ਜੀ ਤਾਂ ਕਹਿੰਦੇ ਇਹ ਸਰੀਰ ਸਦਾ ਸਤ ਨਹੀਂ ਰਹਿਣਾ, ਸਦਾ ਸਥਿਰ ਨਹੀਂ ਰਹਿਣਾ। ਇਹ ਤਾਂ ਮਹਾਰਾਜ ਕਹਿੰਦੇ ਵੇਖ ਕਾਲੀ ਹੂੰ ਤੋਲੇ, ਮਹਾਰਾਜ ਕਹਿੰਦੇ ਹੁਣ ਧੋਲੇ ਆ ਗਏ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਦੇਖ ਫਰੀਦਾ ਜੋ ਥੀਆ, ਦਾੜੀ ਹੋਈ ਭੂਰ, ਅੱਗਾ ਨੇੜੇ ਆਇਆ ਪਿੱਛਾ ਰਿਹਾ ਦੂਰ। ਕਹਿੰਦੇ ਵੇਖਣਾ ਕਰ ਨੈਣੋ ਨੀਰ ਬਹਿ, ਤਨ ਖੀਨਾ ਭਏ ਕੇਸ ਦੁੱਧ ਬਾਨੀ, ਰੁੱਧਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੈ ਪ੍ਰਾਨੀ। ਸਰੀਰ ਇੱਕੋ ਜਿਹਾ ਨਹੀਂ ਰਿਹਾ, ਸਰੀਰ ਦੀ ਹਾਲਤ ਇੱਕੋ ਜਿਹੀ ਨਹੀਂ ਰਹੀ। ਬਚਪਨ ਸੀ, ਬਚਪਨ ਵਿੱਚ ਕਿੱਦਾਂ ਦਾ ਸੀ, ਜਵਾਨੀ ਆਈ, ਜਵਾਨੀ 'ਚ ਕਿਸ ਤਰ੍ਹਾਂ ਦਾ, ਹੁਣ ਬੁਢੇਪਾ ਆ ਗਿਆ ਕਿਸ ਤਰ੍ਹਾਂ ਦਾ। ਬਾਬਾ ਜੀ ਕਹਿੰਦੇ ਜਦੋਂ ਸਰੀਰ ਇੱਕੋ ਜਿਹਾ ਨਹੀਂ ਰਿਹਾ, ਇਹਨੇ ਖਤਮ ਹੋ ਜਾਣਾ ਹੈ। ਚੱਪਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ, ਹੇੜੇ ਮੁੱਤੀ ਧਾ ਸੇ ਜਾਨੀ ਚੱਲ ਗਏ। ਮਹਾਰਾਜ ਗੁਰੂ ਸਾਹਿਬ ਜੀ ਕਹਿੰਦੇ ਸਿਰ ਕੰਪਿਓ, ਪੱਗ ਡਗਮਗੇ, ਨੈਣ ਜੋਤ ਤੇ ਹੀਨ। ਕਹੋ ਨਾਨਕ ਇਹ ਵਿਦ ਭਾਈ, ਤਉ ਨਾ ਹਰ ਰਸ ਲੀਨ। ਸਰੀਰ ਵੇਖ ਮਾਰੇ ਕਹਿੰਦੇ ਸਰੀਰ ਨੇ ਤੇਰਾ ਸਾਥ ਛੱਡ ਦਿੱਤਾ। ਅੱਖਾਂ ਕਹਿੰਦੇ ਅੱਖਾਂ ਤੋਂ ਦਿਸਣੋਂ ਹਟ ਗਿਆ, ਨੀਰ ਵਹਿੰਦਾ ਪਿਆ ਹੈ। ਜਵਾਨ ਜਿਹੜੀ ਹੈ ਜਵਾਨੀ ਵਿੱਚ ਬੋਲਦੀ ਸੀ, ਕਹਿੰਦੇ ਉਸ ਤਰ੍ਹਾਂ ਨਹੀਂ, ਦੰਦ ਨਹੀਂ ਉਸ ਤਰ੍ਹਾਂ ਰਹੇ। ਪੈਰ ਜਿਹੜੇ ਨੇ ਉਹ ਕੰਬਣ ਲੱਗੇ ਨੇ, ਸਿਰ ਕੰਬਦਾ ਪਿਆ, ਪੈਰ ਡਗਮਗਾਉਂਦੇ ਨੇ। ਬਾਬਾ ਜੀ ਕਹਿੰਦੇ ਕਹੋ ਨਾਨਕ ਇਹ ਵਿਦ ਭਾਈ, ਤਉ ਨਾ ਹਰ ਰਸ ਲੀਨ।
ਮਾਰੇ ਕਹਿੰਦੇ ਵਿਧੀ ਪੈਦਾ ਹੋ ਗਈ, ਅਜੇ ਵੀ ਹਰੀ ਦੇ ਰਸ ਨੂੰ ਮਾਣਦਾ ਨਹੀਂ ਪਿਆ, ਅਜੇ ਵੀ ਨਹੀਂ ਜਪਦਾ ਪਿਆ। ਸਤਿਗੁਰੂ ਜੀ ਕਹਿੰਦੇ ਵੇਖ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਦੇਖ ਤੇਰੇ ਸਰੀਰ ਦੀ ਹਾਲਤ ਕੀ ਹੋ ਗਈ। ਬੋਲੇ ਸੇਖ ਫਰੀਦ ਪਿਆਰੇ ਅੱਲੇ ਲੱਗੇ, ਇਹੋ ਤਨ ਹੋਸੀ ਖਾਕ ਨਿਮਾਣੀ ਗੌਰ ਕਰੇ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਅੱਲਾ ਦੇ ਨਾਲ ਲੱਗ, ਇਸ ਤਨ ਨੇ ਖਾਕ ਹੋ ਜਾਣਾ ਹੈ। ਆ ਇੱਕ ਮਿੰਟ ਸਾਰੇ ਪੜਿਓ, ਦਾਸ ਪੜੇਗਾ, ਫਿਰ ਸਾਰੀ ਸੰਗਤ ਨਾਲ ਪੜਿਓ। ਜਿਹੜੇ ਨਹੀਂ ਜਪੇ, ਬਾਣੀ ਦਾ ਸ਼ਬਦ ਹੈ, ਗੁਰੂ ਦਾ ਸ਼ਬਦ ਹੈ, ਤੇ ਕੋਈ ਵੀ ਰਸਨਾ ਵਾਂਝੀ ਨਾ ਰਹੇ। ਕਿਤੇ ਇਹ ਨਾ ਹੋਵੇ ਸਮਾਂ ਲੰਘ ਜਾਵੇ, ਬੀਤ ਜਾਵੇ। ਮਾਰੇ ਤਾਂ ਬਾਰ-ਬਾਰ ਕਹਿੰਦੇ ਚੇਤਨਾ ਹੈ ਤੋ ਚੇਤ ਲੈ, ਚੇਤਨਾ ਹੈ ਤੋ ਚੇਤ ਲੈ, ਤੋ ਚੇਤ, ਚੇਤਨਾ ਹੈ ਤੋ, चेतना है तो चेत ले, चेतना है तो चेत ले। निस दिन मैं प्राणी, निस दिन मैं प्राणी, निस दिन मैं प्राण, शिन शिन ओद बेहात है, शिन शिन ओद बेहात है। फूटे कट में पानी, फूटे कट जाओ पानी, चेतना है तो चेत ले, चेतना है तो चेत ले, चेतना है तो चेत ले। सतगुरु जी कहते चेते कर। कई बार आप ना कोई चीज रख के भुल जाते ਤੇ ਸਾਡੇ ਚਿੱਤ ਵਿੱਚੋਂ ਭੁੱਲ ਜਾਂਦੀ ਹੈ। ਕਰਦੇ ਕਹਿੰਦੇ ਵੀ ਚੇਤੇ ਕਰ ਕਿੱਥੇ ਰੱਖੀ ਸੀ, ਚੇਤੇ ਕਰ, ਯਾਦ ਕਰ, ਭੁੱਲ ਗਿਆ ਹੈ। ਮਹਾਰਾਜ ਕਹਿੰਦੇ ਤੂੰ ਵੀ ਉਹਨੂੰ ਚੇਤੇ ਕਰ ਜਿਹਨੂੰ ਭੁੱਲਿਆ ਹੋਇਆ, ਜਿਹੜੇ ਪ੍ਰਮਾਤਮਾ ਨੂੰ ਤੂੰ ਭੁੱਲ ਗਿਆ, ਉਹਨੂੰ ਚੇਤੇ। ਇਹ ਨਹੀਂ ਕਿਤੇ ਕਿਹਾ ਵੀ ਗੁਰੂ ਸਾਹਿਬ ਜੀ ਨੇ ਵੀ ਕਾਰੋਬਾਰ ਛੱਡ ਦਿਓ, ਕੰਮਕਾਰ ਛੱਡ ਦਿਓ। ਮਹਾਰਾਜ ਕਹਿੰਦੇ ਜਿਹੜਾ ਚੇਤਾ ਭੁੱਲ ਗਿਆ ਨਾ, ਬਸ ਤੂੰ ਰੱਬ ਨੂੰ ਚੇਤੇ ਕਰ ਲਾ। ਕੰਮਕਾਰ ਕਰਦਿਆਂ, ਕੰਮਕਾਰ ਕਰਦਿਆਂ ਵੀ ਪਰਮਾਤਮਾ ਨੂੰ ਚੇਤੇ ਰੱਖ, ਯਾਦ ਰੱਖ, ਉਹਨੂੰ ਯਾਦ ਕਰਨਾ ਕਰ। ਉਹ ਤੋਂ ਵਿਛੜ ਗਿਆ। ਜੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੇ ਭੋਰੇ ਭਾਈ ਨੰਦ ਲਾਲ ਜੀ ਨੇ ਇੱਕ ਬੜੀ ਸੋਹਣੀ ਉਦਾਹਰਨ ਦਿੱਤੀ, ਕਮਾਲ ਦੀ ਉਦਾਹਰਨ ਦਿੱਤੀ ਹੈ ਭਾਈ ਨੰਦ ਲਾਲ ਜੀ। ਉਹ ਕਹਿੰਦੇ ਇੱਕ ਦਰਿਆ ਨਾ, ਦਰਿਆ ਤੋਂ ਪਾਣੀ ਵਗਦਾ ਪਿਆ। ਉਸ ਪਾਣੀ ਤੋਂ ਕਹਿੰਦੇ ਇੱਕ ਲਹਿਰ ਉੱਠੀ, ਕਿਸੇ ਟੋਏ ਵਿੱਚ ਡਿੱਗ ਗਿਆ ਪਾਣੀ ਦਰਿਆ ਤੋਂ। ਦਰਿਆ ਵਿੱਚ ਜਿਹੜਾ ਪਾਣੀ ਵਗਦਾ ਉਹ ਬੜਾ ਸਾਫ਼ ਪਾਣੀ ਹੈ, ਬੜਾ ਸ਼ੁੱਧ ਪਾਣੀ ਹੈ। ਪਰ ਜਿਹੜਾ ਪਾਣੀ ਟੋਏ ਵਿੱਚ ਡਿੱਗਿਆ, ਦਰਿਆ ਵਿੱਚੋਂ ਡਿੱਗ ਕੇ ਨਹਿਰ ਉੱਠੀ, ਉਹ ਟੋਏ ਵਾਲੇ ਪਾਣੀ ਵਿੱਚ ਗੰਦਾ ਹੋ ਗਿਆ। ਉਹਦੇ ਵਿੱਚ ਕਿਰਮ ਪੈਦਾ ਹੋ ਗਏ, ਕੀੜੇ ਪੈ ਗਏ, ਉਹਦੇ ਵਿੱਚ ਬਦਬੂ ਆਉਣ ਲੱਗ ਗਈ। ਕਹਿੰਦੇ ਹੈ ਤਾਂ ਦਰਿਆ ਦਾ ਪਾਣੀ, ਪਰ ਦਰਿਆ ਤੋਂ ਵਿਛੜ ਗਿਆ। ਬੜੇ ਯਤਨ ਕੀਤੇ ਗਏ ਉਸ ਪਾਣੀ ਨੂੰ ਸ਼ੁੱਧ ਕਰਨ ਦੇ, ਵੀ ਸ਼ੁੱਧ ਹੋ ਜਾਵੇ, ਸਾਫ਼ ਹੋ ਜਾਵੇ, ਪਰ ਪਾਣੀ ਸਾਫ਼ ਨਾ ਹੋਇਆ। ਤੇ ਫਿਰ ਕਿਸੇ ਨੇ ਕਿਹਾ ਵੀ ਜੇ ਇਹਨੂੰ ਪਹਿਲਾਂ ਵਾਂਗ ਕਰਨਾ ਨਾ, ਵੀ ਦਰਿਆ ਦੇ ਨਾਲ ਹੀ ਮਿਲਾ ਦਿਓ ਜਿੱਦੋਂ ਵਿਛੜਿਆ। ਉਹ ਜਦੋਂ ਹੀ ਦਰਿਆ ਦੇ ਨਾਲ ਮਿਲਾਇਆ,
ਕਹਿੰਦੇ ਉਹ ਪਾਣੀ ਸਾਫ਼ ਹੋ ਗਿਆ, ਨਾ ਕੋਈ ਕਿਰਮ ਰਿਹਾ, ਨਾ ਬਦਬੂ ਰਹੀ। ਮਾਰੇ ਕਹਿੰਦੇ ਭਾਈ ਬਸ ਇਸੇ ਤਰ੍ਹਾਂ ਜਿਹੜਾ ਰੱਬ ਤੋਂ ਵਿਛੜ ਗਿਆ ਨਾ, ਉਹਦੇ ਜੀਵਨ ਵਿੱਚ ਵਿਕਾਰਾਂ ਰੂਪੀ ਕਿਰਮ ਪੈਦਾ ਹੋ ਗਈ। ਜੂਨਾਂ ਵਿੱਚ ਬੰਦਾ ਭਟਕਦਾ ਹੈ, ਕਿਤੇ ਨਾਗ ਕੁਲੀ ਮੈਂ ਆਏ, ਕਿਤੇ ਪੰਖ ਉਡਾਏ। ਭਾਈ ਨੰਦ ਲਾਲ ਜੀ ਕਹਿੰਦੇ ਮੌਸੋਂ ਦਰਿਆ ਗਰਚੇ ਦਰਮਾਨੀ, ਜਕੇਸ ਬਾਸ ਅੰਦਰ ਇਨੋ ਆ ਫਰਕੇ ਵਿਸ਼ੇਸ਼। ਮਨ ਯਕੇ ਮੌਸਮ ਤੂੰ ਬਹਿਰੇ ਬੇਕਿਰਾ, ਫਰਕ ਬਾਸਤ ਆ ਜ਼ਮੀਨੋਂ ਆਸਮਾਨ। ਕਹਿੰਦੇ ਜੇ ਰੱਬ ਤੋਂ ਵਿਛੜ ਗਿਆ ਫਿਰ ਜ਼ਮੀਨ ਤੇ ਅਸਮਾਨ ਦਾ ਫਰਕ ਹੈ। ਜੇ ਉਹਨੂੰ ਜਪਦਾ ਰਿਹਾ ਤੇ ਕਹਿੰਦੇ ਫਿਰ ਉਹਦੇ ਵਿੱਚ ਹੀ ਮਿਲ ਜਾਏਗਾ। ਆਪਾਂ ਕਹਿੰਦੇ ਆ ਨਾ ਸਤਿਗੁਰੂ ਜੀਓ ਕਿਰਪਾ ਕਰਕੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਓ। ਮਾਤਾ ਜੀ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਓ, ਪਾਪ ਉਸ ਮਾਲਕ ਨਾਲ ਮਿਲ ਜਾਵੇ। ਸੋ ਸਮਾਂ ਹੋ ਗਿਆ ਹੈ, ਸਤਿਗੁਰੂ ਜੀ ਕਿਰਪਾ ਕਰਨ, ਮਾਤਾ ਜੀਆਂ ਨੂੰ ਆਪਣੇ ਚਰਨਾਂ ਕਮਲਾਂ 'ਚ ਨਿਵਾਸ ਬਖਸ਼ਣ। ਪਿੱਛੇ ਪਰਿਵਾਰ ਨੂੰ, ਸਕੇ ਸੰਬੰਧੀਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ। ਸਰਦਾਰ ਭਰਪੂਰ ਸਿੰਘ ਜੀ ਸਬ ਇੰਸਪੈਕਟਰ ਲੁਧਿਆਣੇ ਤੋਂ, ਜਿਨ੍ਹਾਂ ਨੇ ਹੁਕਮ ਕੀਤਾ ਸੀ, ਸਰਦਾਰ ਜਗੀਰ ਸਿੰਘ ਜੀ ਕ੍ਰਾਈਮ ਬ੍ਰਾਂਚ ਅਫਸਰ, ਜਿਹੜੇ ਉੱਥੇ ਹੀ ਦਾਸ ਕਥਾ ਦੀ ਡਿਊਟੀ ਕਰਦਾ, ਸੇਵਾ ਨਿਭਾਉਂਦਾ ਹੈ। ਸੋ ਮਾਤਾ ਜੀ ਦੇ 5 ਹੋਣਹਾਰ ਸਪੁੱਤਰ, ਆਗਿਆਕਾਰੀ ਸਪੁੱਤਰ, ਜਿਨ੍ਹਾਂ ਨੇ ਮਾਤਾ ਜੀ ਦੀ ਬਹੁਤ ਸੇਵਾ ਕੀਤੀ, ਕਿਉਂਕਿ ਜਿਉਂਦਿਆਂ ਜੀ ਮਾਤਾ ਜੀ ਦੀ ਅਸੀਸ ਲੈ ਲੈਣੀ। ਕਿਸੇ ਬਜ਼ੁਰਗ ਨੇ ਕਹਿੰਦੇ ਬੜਾ ਧਨ ਕਮਾਇਆ, ਉਹਨੇ ਆਪਣੇ ਪੁੱਤਰਾਂ ਅੰਦਰ ਵੰਡ ਦਿੱਤਾ। ਬਜ਼ੁਰਗਾਂ ਨੇ ਬੜੀਆਂ ਕੋਠੀਆਂ, ਬੜਾ ਘਰ ਬਣਾ ਲਿਆ, ਸਾਰਾ ਕੁਝ, ਤੇ ਮਾਤਾ ਪਿਤਾ ਦੀ ਸੇਵਾ ਵਿੱਚ ਨਾ ਨੌਕਰ ਛੱਡ ਦਿੱਤੇ। ਹੁਣ ਕਦੇ ਕਦੇ ਮਾਤਾ ਪਿਤਾ ਕੋਲ ਬੈਠਿਆ ਕਰ। ਇੱਕ ਦਿਨ ਬਜ਼ੁਰਗ ਨੇ ਕਿਹਾ, ਬਾਪੂ ਆਪਣੇ 4 ਪੁੱਤਰਾਂ ਨੂੰ ਇਕੱਠਿਆਂ ਕਰਕੇ ਕਹਿੰਦਾ ਪੁੱਤਰੋ ਮੈਂ ਸਾਰਾ ਕੁਝ ਵੰਡ ਦਿੱਤਾ, ਜਿੰਨਾ ਧਨ ਸੀ, ਮਾਇਆ ਸੀ, ਪਰ ਇੱਕ ਦੌਲਤ ਰਹਿ ਗਈ। ਉਹ ਦੌਲਤ ਬੜੀ ਵੱਡੀ ਹੈ। ਸਾਰੇ ਧਿਆਨ ਦੇ ਲਿਓ ਇਸ ਵੱਲ, ਇਸ ਗੱਲ ਵੱਲ। ਉਹ ਸਾਰੇ ਕੰਨ ਲਾ ਕੇ ਸੁਣ ਲੱਗੇ ਵੀ ਇਹ ਕਿਹੜੀ ਦੌਲਤ, ਇਹ ਕਿਹੜਾ ਖਜ਼ਾਨਾ। ਕਹਿੰਦਾ ਇੱਕ ਖਜ਼ਾਨਾ ਰਹਿ ਗਿਆ। ਬੱਚੇ ਪੁੱਛਦੇ ਨੇ, ਸਾਰਾ ਪਰਿਵਾਰ ਇਕੱਠਾ, ਵੀ ਉਹ ਖਜ਼ਾਨਾ ਕਿਹੜਾ? ਕਹਿੰਦੇ ਉਹ ਖਜ਼ਾਨਾ ਹੈ ਅਸੀਸ। ਕਹਿੰਦੇ ਸਾਡੀ ਅਸੀਸ ਹੈ ਨਾ, ਉਹ ਰਹਿ ਗਈ ਹੈ। ਕਿਤੇ ਨਾ ਹੋਵੇ ਵੀ ਇਹ ਨੌਕਰ ਸੇਵਾ ਕਰਕੇ ਲੈ ਜਾਣ। ਸੇਵਾ ਕਰ ਲੋ, ਕਹਿੰਦੇ ਅਸੀਸਾਂ ਆਖਰੀ ਵਾਰ ਦੀਆਂ ਲੈ। ਮਾਤਾ ਪਿਤਾ ਦੀ ਅਸੀਸਾਂ ਲੈਣਾ ਉਹਦਾ ਕੋਈ ਮੁੱਲ ਨਹੀਂ ਹੈ। ਜੋ ਮਾਂ ਦੀ ਅਸੀਸ ਹੈ, ਪਿਤਾ ਦੀ ਅਸੀਸ ਹੈ। ਫਿਰ ਉਹਨਾਂ ਪਰਿਵਾਰ ਨੇ ਬੜੀ ਸੇਵਾ ਕੀਤੀ ਮਾਤਾ ਪਿਤਾ ਦੀ। ਭਾਵ ਇਹਦੇ ਵਿੱਚੋਂ, ਸੇਵਾ ਵਿੱਚੋਂ ਸਾਰਾ ਕੁਝ ਪ੍ਰਾਪਤ ਹੋ ਜਾਂਦਾ ਹੈ। ਸਤਿਗੁਰੂ ਜੀ ਕਿਰਪਾ ਕਰਨ। ਦਾਸ ਜਵੱਦੀ ਟਕਸਾਲ ਲੁਧਿਆਣਾ ਤੋਂ ਇਸ ਅਸਥਾਨ ਤੇ ਪਹਿਲੀ ਵਾਰ ਦਰਸ਼ਨ ਕੀਤੇ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ, ਤੁਹਾਡੇ ਚਰਨਾਂ 'ਚ ਨਮਸਕਾਰ। ਤੁਸੀਂ ਕਿਰਪਾ ਕੀਤੀ, ਤਰਸ ਕੀਤਾ। ਆਪ ਸੰਗਤਾਂ ਨੇ ਬੜੇ ਇਕਾਗਰਤਾ ਦੇ ਨਾਲ, ਬਹੁਤ ਇਕਾਗਰਤਾ ਬਖਸ਼ੀ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਮੂਹ ਸਟਾਫ ਦਾ, ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਕੋਟਾਨ ਕੋਟ ਧੰਨਵਾਦ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ। ਆਓ ਹੁਣ ਸਾਰੇ ਕਿਰਪਾ ਕਰਿਓ, ਆਨੰਦ ਸਾਹਿਬ ਵਿੱਚ ਜੁੜੀਏ। ਸਾਰੀ ਸੰਗਤ ਦੇ ਨਾਲ ਆਨੰਦ ਸਾਹਿਬ ਵਿੱਚ ਕੋਈ ਵੀ ਰਸਨਾ ਵਾਂਝੀ ਨਾ ਰਹੇ। ਸਾਰੇ ਕਿਰਪਾ ਕਰਿਓ। ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।
ਚੇਤੀ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ। ਕਹਿ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ। ਸਭਨਾ ਗਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਹੈ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ। ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ। ਸਦਾ ਕੁਰਬਾਨ ਪਿਤਾ ਗੁਰ ਵਿਟੋ ਜਿਸ ਦੀਆਂ ਵਡਿਆਈਆਂ। ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਨ ਕਰਤਾਰੀਆ। ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ। ਆਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਚੰਗਿਆਈਆਂ ਬੁਰਿਆਈਆਂ ਵਾਜੈ ਧਰਮ ਹਦੂਰ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ। ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ